ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਅਸਲ ਸਵੈਭੰ ਹੈ। ਵਾਵਾ ਸੀ ਪੈਰ ਚ ਹੁਣ ਹੈ ਨਹੀਂ। ਸਹਿ ਕੋਈ ਲਫ਼ਜ਼ ਨਹੀਂ ਹੈ। ਸਵੈ ਹੁੰਦਾ ਸਵਯੰ ਤੇ ਸਵੈ ਬਣਿਆ। ਸਵੈਭੰ ਦਾ ਆਪਣੇ ਆਪ ਨੂੰ ਜਿਹੜੀ ਦਾਲ ਬਣੀ ਹੈ, ਦਾਲ ਇਹਦੀ ਮਰਜ਼ੀ ਨਾਲ ਬਣੀ। ਜੀਵ ਆਪਣੇ ਆਪ, ਮਨ ਆਪਣੇ ਆਪ ਜਿਹੜਾ ਹੈਗਾ ਸਾਡਾ ਬਾਗੀ ਹੁੰਦਾ, ਆਪਣੇ ਆਪ ਭਾਣੇ ਚਾਹੁੰਦਾ। ਭਾਣੇ ਤੋਂ ਬਾਗੀ ਵੀ ਅਸੀਂ ਆਪਣੀ ਮਰਜ਼ੀ ਨਾਲ ਹੁੰਦੇ ਹਾਂ। ਪੈਰ ਕੁਹਾੜਾ ਵੀ ਆਪਣੇ ਹੱਥ ਮਰਜ਼ੀ ਨਾਲ ਮਾਰਦੇ ਹਾਂ। ਤੇ ਜੇ ਫਿਰ ਕੰਮ ਸੰਭਾਲਣਾ ਹੋਵੇ ਨਾ, ਫੇਰ ਇੱਕ ਹੋਣਾ ਹੋਵੇ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸੰਭਾਲੀ ਸਵਾਰ। ਸਵੈਭੰ ਲਫ਼ਜ਼ ਹੈ, ਸਹਿਭੰ ਨਹੀਂ। ਸਵਯੰ ਨੂੰ ਭੰਗ ਕਰ ਲੈਣਾ। ਨਾਨਕ ਤਿੰਨ ਮਨ ਭੰਗ, ਮਨ ਦਾ ਟੁੱਟ ਜਾਣਾ, ਦੋ ਹਿੱਸਿਆਂ 'ਚ ਹੋ ਜਾਣਾ, ਦਿਲ ਦਾ ਸਾਬਤ ਨਾ ਰਹਿਣਾ, ਸਵੈਭੰ ਲਫ਼ਜ਼ ਹੈ। ਗੁਰਪ੍ਰਸਾਦ, ਗੁਰਪ੍ਰਸਾਦ, ਗੁਰਪ੍ਰਸਾਦ ਵੱਖਰਾ ਸ਼ਬਦ ਹੈ। ਗੁਰਪ੍ਰਸਾਦ ਹੈ ਗਿਆਨ ਦਾ, ਗਿਆਨ ਦੀ ਕਿਰਪਾ, ਗਿਆਨ ਦੀ ਕਿਰਪਾ, ਗਿਆਨ ਦੀ ਰੋਸ਼ਨੀ ਨਾਲ। ਹੁਣ ਇੱਕ ਹੈ ਸੰਸਾਰ ਦੇ ਵਿੱਚ ਸਾਰੀਆਂ ਮੱਤਾਂ ਇੱਕ ਨੂੰ ਮੰਨਦੀਆਂ, ਆਤਮਾ ਇੱਕ। ਜੇ ਸਾਬਤ ਹੈ ਤਾਂ ਇੱਕ। ਆਤਮਾ ਔਰ ਪਰਾਤਮਾ ਰਲ ਕੇ ਇੱਕ ਹੈ। ਆਤਮਾ ਅੱਧੀ ਹੈ। ਪੁਰਾਣੇ ਸਿੰਘਾਂ ਦੇ ਵਿੱਚ ਇਹ ਸੀਗਾ ਵੀ ਕਈਆਂ ਦਾ ਖਿਆਲ ਸੀ ਕਿ ਬ੍ਰਹਮ ਗਿਆਨੀ ਵੀ ਅੱਧਾ, ਲੇਕਿਨ ਗੱਲ ਤਾਂ ਬ੍ਰਹਮ ਗਿਆਨੀ ਅੱਧਾ ਨਹੀਂ। ਜਿਹੜੇ ਸਿੰਘ ਪੁਰਾਤਨ ਸੀ ਉਹਨਾਂ ਦਾ ਇਹ ਖਿਆਲ ਸੀ, ਮੈਨੂੰ ਵੀ ਕਿਹਾ ਸੀ ਬ੍ਰਹਮ ਗਿਆਨੀ ਅੱਧਾ। ਮੈਂ ਕਿਹਾ ਮੈਨੂੰ ਸ਼ੱਕ ਹੈ। ਉਦੋਂ ਪਤਾ ਨਹੀਂ ਸੀ ਬ੍ਰਹਮ ਗਿਆਨੀ ਅੱਧਾ ਆ ਪੂਰਾ। ਬ੍ਰਹਮ ਗਿਆਨੀ ਅੱਧਾ ਨਹੀਂ। ਬ੍ਰਹਮ ਦਾ ਜਦੋਂ ਗਿਆਨ ਹੋ ਜਾਂਦਾ ਫਿਰ ਅੱਧਾ ਨਹੀਂ। ਬ੍ਰਹਮ ਗਿਆਨੀ ਦਾ ਆਪ ਪਰਮੇਸ਼ਰ। ਪਰਮੇਸ਼ਰ ਦੇਖੋ, ਇੱਕ ਹੁੰਦਾ ਈਸ਼ਰ, ਇੱਕ ਹੁੰਦਾ ਪਰਮੇਸ਼ਰ। ਪਰਮੇਸ਼ਰ ਇਹ ਪਾਰ ਬ੍ਰਹਮ, ਪੂਰਨ ਬ੍ਰਹਮ ਈਸ਼ਰ ਨਾ। ਹਾਂ, ਪੂਰਨ ਬ੍ਰਹਮ ਬਲਕਿ ਈਸ਼ਰ ਕਹਿ ਸਕਦੇ ਹਾਂ ਅਸੀਂ, ਜਿਹਨੂੰ ਈਸ਼ਵਰ ਕਹਿੰਦੇ ਨੇ। ਪੂਰਨ ਬ੍ਰਹਮ, ਪਰਮਾਤਮਾ ਵੀ ਉਸ ਨੂੰ ਕਹਿੰਦੇ ਨੇ। ਪਾਰ ਬ੍ਰਹਮ ਦਾ ਫਿਰ ਹੁਕਮ ਹੈ। ਜਦੋਂ ਅੰਦਰੋਂ ਉਹ ਬੋਲਦਾ, ਜਦੋਂ ਹੁਕਮ ਪ੍ਰਗਟ ਹੁੰਦਾ ਫਿਰ ਪਾਰ ਬ੍ਰਹਮ। ਬ੍ਰਹਮ ਤੋਂ ਗਾਹਾਂ ਦੀ ਗੱਲ ਕਰਦਾ, ਯਾਨੀ ਬ੍ਰਹਮ ਕੀ ਹੈ, ਬ੍ਰਹਮ ਬਾਰੇ ਦੱਸਣਾ ਜਿਹੜਾ ਹੈ ਉਹ ਬ੍ਰਹਮ ਗਿਆਨੀ। ਜਿਹੜਾ ਬ੍ਰਹਮ ਬਾਰੇ ਗਿਆਨ ਰੱਖਦਾ ਹੈ। ਹੁਣ ਬ੍ਰਹਮ ਕੌਣ ਸੀ? ਬ੍ਰਹਮ ਜਿਹੜਾ ਆਤਮਾ ਜਨਮ ਲੈਂਦੀ ਹੈ ਇੱਥੇ ਆ ਕੇ, ਉਹ ਬ੍ਰਹਮ। ਜੋ ਸੱਚਖੰਡ 'ਚ ਉਹ ਬ੍ਰਹਮ ਨਹੀਂ ਹੁੰਦਾ, ਕਿਉਂਕਿ ਦੋ ਹਿੱਸਿਆਂ 'ਚ ਹੁੰਦੇ ਨਹੀਂ। ਜੋ ਕਰੈਕ ਹੋ ਗਏ, ਦੋ ਹਿੱਸਿਆਂ 'ਚ ਹੋ ਗਏ, ਉਹਨਾਂ ਨੇ ਜਨਮ ਲਿਆ। ਜਿਹੜੇ ਕਰੈਕ ਹੀ ਨਹੀਂ ਹੋਏ, ਇੱਕ ਹੋ ਕੇ, ਇੱਕ ਜੋ ਸ਼ਬਦ ਪ੍ਰਗਟ ਹੋ ਕੇ ਉਹਨਾਂ ਵਰਗਾ ਹੋ ਜਾਂਦਾ, ਇਹ ਗੱਲ ਠੀਕ ਹੈ। ਪਰ ਜਿਹੜੇ ਕਰੈਕ ਹੋਏ ਹੀ ਨਹੀਂ, ਉਹਨਾਂ ਨੂੰ ਇਹਨਾਂ ਦੇ ਕਰੈਕ ਹੋਣ ਦਾ ਪਤਾ ਹੈ। ਉਹਨਾਂ ਦੀ ਬਾਣੀ ਹੈ ਇਹ, ਹੁਕਮ ਉਹਨਾਂ ਦਾ। ਜਿਹੜੇ ਕਰੈਕ ਹੋਏ ਹੀ ਨਹੀਂ, ਜਿਹੜੇ ਕਰੈਕ ਹੋ ਗਏ ਉਹਨਾਂ ਨੂੰ ਤਾਂ ਹੁਕਮ ਸੁਣਿਆ ਬਿਨ ਕਰਨੀ। ਜਦ ਇੱਕ ਹੋਏ ਉਹਨਾਂ ਨੂੰ ਤਾਂ ਸੁਣਿਆ ਬਿਨ ਕਰਨੀ। ਇਸ ਕਰਕੇ ਜਿਹੜੇ ਕਰੈਕ ਹੋਏ ਨਹੀਂ, ਸੱਚਖੰਡ 'ਚ ਬੈਠੇ ਹੀ ਰਹੇ, ਉਹਨਾਂ ਨੇ ਇਹਨਾਂ ਨੂੰ ਦੱਸਿਆ, ਇਹਨਾਂ ਦੀ ਹਿਸਟਰੀ, ਆ ਸਾਰੀ ਗੱਲ ਗੁਰਬਾਣੀ ਦੀ ਉਹਨਾਂ ਨੇ ਦੱਸੀ। ਇੱਕ ਕਰੈਕ ਹੋ ਕੇ ਇੱਕ ਹੋਇਆ, ਇੱਕ ਕਰੈਕ ਹੋਇਆ ਹੀ ਨਹੀਂ, ਦੋਹਾਂ 'ਚ ਫਰਕ ਹੈ। ਇੱਕ ਤਾਂ ਟੁੱਟਿਆ ਹੀ ਨਹੀਂ, ਇੱਕ ਟੁੱਟ ਕੇ ਜੁੜਿਆ। ਚਾਹੇ ਜੁੜਿਆ ਹੋਏ ਜਾਈ ਹੋ ਗਿਆ, ਪਰ ਜਿੰਨਾ ਚਿਰ ਟੁੱਟਿਆ ਉਹਨਾਂ ਚਿਰ ਖੱਜਲ ਖੁਆਰ ਤਾਂ ਹੋਇਆ।
खजल खुआरी काहदी है? टुटण दी, क्रैक होण दी। ਇਹ ਸੰਸਾਰ ਚ ਆਉਣ ਦਾ ਮਤਲਬ ਹੈ ਕਿ ਇੱਕ ਦੇ ਦੋ ਟੁਕੜੇ ਹੋਏ, ਦੋ ਟੁਕੜੇ ਹੁਣ ਕਿਵੇਂ ਜੋੜੀਏ, ਇਸ ਤਰੀਕੇ ਨਾਲ ਜੋੜੀਏ ਪਤਾ ਹੀ ਨਾ ਲੱਗੇ। ਕਦੇ ਟੁੱਟਿਆ ਵੀ ਸੀ, ਲੇਕਿਨ ਟੁੱਟਦਾ ਉਹਨਾਂ ਨੇ ਦੇਖਿਆ, ਸਾਨੂੰ ਗੱਲ ਵਿਸਰ ਗਈ। ਇੱਥੇ ਕਿਉਂ ਆਇਆ? ਜੋੜਨ ਆਇਆ, ਇੱਕ ਹੁਣ ਆਇਆ। ਇਹ ਅੱਜ ਯੁੱਗ ਮੈਂ ਇੱਕ ਇੱਕ ਹੋ ਆਇਆ, ਤਾਂ ਕਿਹਾ ਸੀ ਇੱਕ ਹੋਣ ਵਾਸਤੇ ਆਇਆ ਤੂੰ। ਪਰ ਕੀ ਹੋਇਆ? ਜਨਮ ਤੋਂ ਹੋਏ ਉਹ ਮੋਹਣੀ ਮਾਇਆ। ਸਾਰੀ ਜਿਹੜੀ ਕਹਾਣੀ ਦੱਸੀ ਹੈ ਇਹ ਰਾਮ ਹੈ। ਰਾਮ ਦਾ ਮਨ ਟੁੱਟਿਆ, ਰਾਮ ਦਾ ਹੀ ਮਨ ਲక్ష్మణ ਹੈ, ਰਾਮ ਦੀ ਬੁੱਧੀ ਸੀਤਾ। ਇਹ ਦੋਏ ਵਿਛੜ ਗਏ ਤੇ ਅੱਡ ਹੋ। ਸੀਤਾ ਲక్ష్మణ ਵਿਛੜ ਗਿਆ, ਰੋਇਆ। ਰਾਮ ਨਕਾਲਾ ਪਿਆ, ਨਕਾਲਿਆ ਗਿਆ, ਕੱਢ ਦਿੱਤਾ ਗਿਆ ਸੱਚਖੰਡ ਚੋਂ। ਵੀ ਜਾ ਇਹਨਾਂ ਨੂੰ ਦੋਹਾਂ ਨੂੰ ਮਨਾ ਕੇ ਨਾ, ਮਨ ਨੂੰ ਆਪਣੇ ਨੂੰ ਮਨਾ ਕੇ ਔਰ ਬੁੱਧੀ ਨੂੰ ਮਨਾ ਕੇ, ਕਿਉਂਕਿ ਸੱਚਖੰਡ ਦੇ ਨਾਲ ਮਨ ਬੁੱਧੀ ਦਾ ਟਕਰਾਓ ਹੋ ਗਿਆ। ਜਿਹੜੇ ਸਾਬਤ ਤੇ ਉਹਨਾਂ ਨਾਲ ਇਹ ਟਕਰਾਓ ਹੋ ਗਿਆ, ਮਤਭੇਦ ਹੋ ਗਿਆ, ਮਤਭੇਦ ਹੋ ਗਿਆ। ਆ ਜਿਹੜੀ ਗੁਰਮਤਿ ਹੈ ਸੱਚਖੰਡ ਦੀ ਮਤ, ਹੁਣ ਇਹਦੇ ਨਾਲ ਜੇ ਇਹਦੀ ਏਕਤਾ ਹੋਊਗੀ, ਮਨੁੱਖ ਕਿਉਂ ਨਹੀਂ ਏਕਤਾ ਕਰਦੇ? ਤੇ ਨਾ ਮਨੁੱਖਾਂ ਦਾ ਇਸ ਮਤ ਨਾਲ ਟਕਰਾਓ ਹੈ। ਜਿੰਨਾ ਚਿਰ ਮਨ ਜਿਉਂਦਾ ਰਹੂਗਾ, ਮਨ ਦਾ ਵਜੂਦ ਕਾਇਮ ਰਹੂਗਾ, ਇਹ ਮਤ ਨਾਲ ਟਕਰਾਓ ਰਹੂਗਾ। ਜਿੱਦਣੇ ਮਤ ਨਾਲ ਟਕਰਾਓ ਹਟ ਗਿਆ, ਸੱਚਖੰਡ ਚਲਾ ਜਾਊਗਾ। ਬਸ ਇਹਨੂੰ ਐਡਮਿਟ ਕਰ ਲੂਗਾ ਵੀ ਇਹ ਠੀਕ ਹੈ, ਮੈਂ ਗਲਤ ਹਾਂ। ਇਹ ਸੱਚਖੰਡ ਦੀ ਮਤ ਹੈ, ਵਿਚਾਰ ਉਹਨਾਂ ਦੀ ਸੋਚ ਹੈ, ਸੱਚਖੰਡ ਦੀ ਹੈ। ਰਲ ਕੇ ਰਹਿਣਾ, ਇੱਕ ਸਮਝਣਾ, ਵੈਰ ਵਿਰੋਧ ਨਹੀਂ ਕਰਨਾ, ਆਪ ਨੂੰ ਨੀਵਾਂ ਸਮਝਣਾ, ਉੱਚਾ ਨਹੀਂ ਸਮਝਣਾ, ਹੰਕਾਰ ਨਹੀਂ ਕਰਨਾ, ਸੱਚ ਤੇ ਰਹਿਣਾ, ਝੂਠ ਨਹੀਂ ਬੋਲਣਾ, ਹੇਰਾਫੇਰੀ ਨਹੀਂ ਕਰਨੀ, ਮਨ 'ਚ ਕੋਈ ਕਪਟ ਨਹੀਂ ਰੱਖਣਾ। ਇਹ ਸੱਚਖੰਡ ਦੀ ਮਤ, ਉਹਨਾਂ ਦਾ ਸੁਭਾਅ ਹੈ। ਐਂ ਕਹਿ ਲਓ ਇਹੋ ਜਿਹਾ ਸੁਭਾਅ ਹੋ ਜੂਗਾ ਇਹਦਾ, ਸੱਚਖੰਡ ਫੇਰ ਚਲਾ ਜਾਊ ਆਪਣੇ ਘਰ। ਸੱਚਖੰਡ ਦੇ ਘਰ ਹੈ ਇਹਦਾ। ਨਿਰਾਕਾਰ ਜਿਹੜਾ ਹੈਗਾ ਜੀਵਾਤਮਾ, ਇਹਦਾ ਦੇਸ ਅਸਲ 'ਚ ਕੀ ਹੈ? ਸੱਚਖੰਡ ਹੈ। ਸੱਚਖੰਡ ਵਸੇ ਨਿਰੰਕਾਰ। ਜਦੋਂ ਨਿਰਾਕਾਰ ਹੋ ਕੇ ਬਸੂਗਾ, ਸੱਚਖੰਡ ਬਸੂਗਾ। ਜੇ ਮਾਇਆਧਾਰੀ ਹੋ ਕੇ ਬਸੂਗਾ, ਇੱਥੇ ਮਾਇਆ 'ਚ ਬਸੂਗਾ, ਫਿਰ ਮਾਇਆਧਾਰੀ। ਹੁਣ ਇੱਕ ਦੀ ਵਿਆਖਿਆ ਕੀਤੀ ਹੈ, ਇੱਕ ਕੀ ਹੈ? ਸਾਬਤ ਹੈ ਜਿਹੜਾ, ਇੱਕ ਸਾਬਤ ਹੈ। ਜਦ ਇਹ ਸਾਬਤ ਹੋ ਜੂ, ਇਹ ਵੀ ਇੱਕੋ। ਇੱਕ ਦੀ ਇੱਕ ਦੇ ਲੱਛਣ ਨੇ ਦੱਸੇ ਹੋਏ, ਇੱਕ ਦੇ ਗੁਣ ਦੱਸੇ ਹੋਏ ਨੇ। ਓਂਕਾਰ ਕੀ ਹੈ? ਇਹ ਗੁਪਤ ਪ੍ਰਗਟ ਹੋਣ ਦਾ ਹੀ ਹੈ। ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ। ਇੱਕ ਚੁੱਪ ਵੀ ਕਰਕੇ ਬਹਿ ਸਕਦਾ, ਬੋਲ ਵੀ ਸਕਦਾ। ਜਦ ਬੋਲੂ ਫਿਰ ਉਹ ਆਕਾਰ ਬਣ ਜਾਂਦਾ ਉਹਦਾ। ਜਿੰਨਾ ਚਿਰ ਗੁਪਤ ਹੈ, ਚੁੱਪ ਹੈ, ਉਹਨਾਂ ਚਿਰ ਪੂਰਨ ਜੋਤ ਹੈ, ਉਹਨਾਂ ਚਿਰ ਸੁੰਨ ਸਮਾਧ ਹੈ, ਉਹਨਾਂ ਚਿਰ ਸੁੰਨ ਸਮਾਧ ਹੈ। ਜੇ ਚੁੱਪ ਹੈ ਇੱਕ ਸਾਬਤ ਸੂਰਤ, ਫਿਰ ਸੁੰਨ ਸਮਾਧ ਹੈ। ਸੁੰਨ ਸਮਾਧ, ਸੁੰਨ ਸਮਾਧ ਨਹੀਂ, ਸੁੰਨ ਹੈ, ਸਹਿ ਸਮਾਧ ਹੈ। ਸੁੰਨ ਸਮਾਧ ਵੀ ਕਿਹਾ, ਇੱਥੇ ਸਹਿ ਸਮਾਧ ਹੋਊਗਾ। ਜੇ ਰਚਨਾ ਨਹੀਂ, ਫਿਰ ਸੁੰਨ ਸਮਾਧ, ਕਿਉਂਕਿ ਰਚਨਾ ਹੁੰਦੇ ਸੁੰਨ ਸਮਾਧ ਨਹੀਂ ਹੋ ਸਕਦੀ। ਸਹਿ ਸਮਾਧ ਨੂੰ ਚਿੰਤਾ ਹੁੰਦੀ ਹੈ, ਸੁੰਨ ਸਮਾਧ ਨੂੰ ਚਿੰਤਾ ਨਹੀਂ ਹੁੰਦੀ। ਸਹਿ ਸਮਾਜ ਚੁੱਪ ਹੈ, ਕੋਈ ਦੇਖ ਵੀ ਰਿਹਾ, ਕਰ ਵੀ ਰਿਹਾ, ਕੁਝ ਕੰਟਰੋਲ ਵੀ ਕਰ ਰਿਹਾ ਕਿਸੇ ਚੀਜ਼। ਸਹਿਜ ਅਵਸਥਾ ਵਿੱਚ, ਸਹਿਜ ਅਵਸਥਾ ਵਿੱਚ ਉਹਦਾ ਦਿਮਾਗ ਕੰਮ ਕਰ ਰਿਹਾ, ਉਹਦੀ ਬੁੱਧ ਕੰਮ ਕਰ ਰਹੀ ਹੈ। ਸੁਣਨ ਦੇ ਵਿੱਚ ਕੋਈ ਕੰਮ ਹੈ ਨਹੀਂ, ਬੁੱਧ ਨਹੀਂ ਕੰਮ ਨਹੀਂ ਕਰ ਰਹੀ। ਇੰਨਾ ਹੀ ਫਰਕ ਹੈ ਸੁਣਨ ਔਰ ਸਹਿਜ ਦਾ, ਹੋਰ ਕੁਝ ਨਹੀਂ। ਇੱਕ ਤਾਂ ਉਹਦਾ ਸਾਡੇ ਕੋਲ ਕੋਈ ਕੰਮ ਹੈ, ਅਸੀਂ ਸੋਚ ਰਹੇ ਹਾਂ। ਇੱਕਦਮ ਕੰਮ ਹੈ ਨਹੀਂ, ਸੋਚ ਨਹੀਂ ਰਹੇ। ਜੇ ਸੋਚ ਨਹੀਂ ਰਹੇ ਤਾਂ ਸੁੰਨ ਸਮਾਧ ਹੈ, ਜੇ ਸੋਚ ਰਹੇ ਹਾਂ ਤਾਂ ਸਹਿਜ ਸਮਾਧ ਹੈ। ਸਹਿਜ ਨਾਲ ਵੀ ਸਮਾਧੀ ਆ ਜਾਂਦਾ ਲੱਗਦਾ। ਹਾਂ, ਸਹਿਜ ਸਮਾਧ ਉਪਾਦ ਰਹਿਤ ਫੁਨ ਵੱਡੇ ਭਾਗ ਲਿਵ। ਜਿੰਨਾ ਚਿਰ ਰਚਨਾ ਸੁੰਨ ਸਮਾਧ ਨਹੀਂ ਹੋ ਸਕਦੀ, ਸਹਿਜ ਸਮਾਧ ਹੋਊਗੀ। ਸਹਿਜ ਸਮਾਧ ਚ ਚਿੰਤਾ ਦੀ ਸਮਾਧੀ ਹੁੰਦੀ ਹੈ, ਸਹਿਜ ਸਮਾਧ। ਹਾਂ, ਸਮਾਧ ਚਿੰਤਾ ਵੀ ਹੈ।
पर वो जी चिंता नहीं है जिहड़ी बस तो बाहर है। दो प्रकार की चिंता, एक तो चिंता साढ़े बस तो बाहर है, एक चिंता साढ़े को रोटी पई है किसी की भी चेता रखना जद आऊ ਉਹਨੂੰ दे देनी है भी आ भाई तेरी रोटी है तू खा ले। जे भुल गए आप भुलण दी ना भुलण दी चिंता है, उन्हें सारिਆਂ ਨੂੰ ਰਿਜ਼ਕ ਬਚਾਉਣਾ ਜਿਹਨੇ पैदा ਕੀਤੇ ਨੇ। सोचे चेता का ही तां ही नहीं भुलदा, वो भुलता ही है, उन्होंने ना भुलण की चिंता मैं भुलना चाहूँ। जब सानू चिंता विसर जाती है फिर असीं भुल जाते। चिंता सानू भुलण तो बचाउंदी है, असीं किसी चीज़ नूं भुलना नहीं। जे तो उसकी चिंता तो साडे अंदर है हर वक्त कि भुलना नहीं काम करना। जदों विसर गया चिंता हट गई वो भुल गए। आदमी जे उगण भुल जाण विसर जाता, होर पासे लग जाता, कोई गल भुल जाती। करता आप वो भुल है न भुले किसी का भुला है अं भुल। वो अपने काम के प्रति हमेशा जागरूक है। जागरूक होना ही चिंता है। कोई भी गल वो वास्ते बाहर नहीं है, फिर भी उन्होंने चिंता है। सर्व की चिंता जिस मन में है तिसते व्यर्था कोई ना। नानक चिंता मत करो चिंता तिसी फिर। जिन्हें सृष्टि पैदा की है चिंता उन्होंने है। जिन्हें जानवर पाले ने ज्यादा उन्हें चिंता है, एडवांस चिंता है। एडवांस उन्हें रखना है जमा करके उन्होंने वास्ते चिंता है। असी चिंता बेमतलब करते हैं। बाणी कहते तुसी चिंता ना करो, तुसी जो करना है काम वो करो, जेड़े काम वास्ते तुहानूं भेजे ना वो करो। एक दियां खूबियां ने सारी। एक की है ओंकार, एक सारे मनते ने एक है, पर एक की व्याख्या कोई नहीं करता। एक बार दसदा कोई नहीं, कोई धर्म नहीं दस रहा, कोई मत नहीं दस रही। गुरबाणी ने एक तो स्टार्ट की, एक दसना एक की है। सारी गुरबाणी च एक समझाना की और इसका विषय ही कोई नहीं गुरबाणी का। दुनिया का कोई धर्म कोई ग्रंथ ऐसा नहीं है जिसका विषय केवल एक होवे। कोई ग्रंथ धर्म ग्रंथ जिसका विषय एक होवे कि एक की है जिन्होंने एक कहने जिहदे सारिया मतां सहमत ने कि गॉड एक है, अल्लाह एक है, परमेश्वर एक है, भगवान एक है, जो भी कुछ कहने ने वो एक की है। ये विषय सिर्फ गुरबाणी का गुरमत का विषय ही है और विषय ही कोई नहीं। लोक भलाई कोई विषय नहीं, समाज सुधार कोई विषय नहीं। समाज सुधार साडी ड्यूटी नहीं, उसकी ड्यूटी है जिन्हें समाज बनाई है। किधरों लैके जाता है किवें करता है सब उसकी ड्यूटी है। ये विद्वानां दे अपने बुलाए ने पागलों के जिन्होंने विषय का नहीं पता विषय की है गुरबाणी का। वो उन्होंने बुद्धि इन्नी है नहीं, वो होर चीज़ां च लभदे ने। जिन्नी को उन्होंने बुद्धि उहो जी गल लभ लेते हैं। वो विषय सारे ही ने, क्योंकि गुण अपण की जद गल करनी विषय सारे आ जाने। आदमी नाल समाज चलती है। आदमी बुरा है तो बुराई बचूगी, बुरे काम करूगा, भला तो भले काम करूगा, ਉਹਦੇ ਨਾਲ समाज बननी है। बुराई और भलाई नाल समाज बननी है, वो गल अलग है कि गुरबाणी कहती है आदमी नूं तो चंगा बन भला बन, वो आपे ही समाज सुधार हो जाना, वो आपे ही हो जाना समाज सुधार। समाज सुधार विषय नहीं है गुरबाणी। गुरबाणी का हाँ ये विषय जरूर है भी तू दो थां हो गया, हुण तू एक होके घर किवें जाएगा, ये विषय एक होएगा किवें हुण तू तां भी विषय इक्के हो गया। हुण वो एक है, एक तुहानूं दर्शन किवें होऊगा एक दा, ये भी विषय। तैनूं आत्म दर्शन है तू दो थां होया है, जब तू एक होएगा तैनूं अपना आपे पता लग जाना तू ही एक है।
ਬਾਹਰੋਂ ਕਿਤੋਂ ਦਰਸ਼ਨ ਨਹੀਂ ਹੋਣਾ। ਬਾਹਰੋਂ ਤਾਂ ਹੋਊਗਾ, ਅੱਖਾਂ ਨਾ ਹੋਊਗਾ। ਤੈਨੂੰ ਆਪਣਾ ਹੀ ਦਰਸ਼ਨ ਹੋਣਾ, ਤੈਨੂੰ ਆਪਣੀ ਹੀ ਸਮਝ ਆਉਣੀ ਹੈ ਮੈਂ ਹੁਣ ਇੱਕ ਇਹੋ ਜਿਹਾ ਹੁੰਦਾ, ਹੋਰ ਇੱਕ ਦਾ ਦਰਸ਼ਨ ਕਿਤੋਂ ਨਹੀਂ ਹੋਣਾ। ਇਹ ਵੀ ਇਹਦੇ ਵਿੱਚ ਹੀ ਆ ਗਿਆ। ਇਹ ਗੱਲਾਂ ਉਹ ਇੱਕ ਦੀ ਵਿਆਖਿਆ ਦੇ ਵਿੱਚ ਹੀ ਆ ਗਈਆਂ। ਇੱਕ ਦਾ ਗਿਆਨ ਕਰਾ ਰਹੀ ਹੈ ਬਾਣੀ, ਇੱਕ ਦਾ ਗਿਆਨ ਕੀ ਹੈ, ਤਾਂ ਗੁਰਪ੍ਰਸਾਦ ਹੈ। ਗੁਰਪ੍ਰਸਾਦ ਦਾ ਮਤਲਬ ਇੱਕ ਦਾ ਗਿਆਨ ਕਰਾ ਰਹੀ ਹੈ। ਇੱਕ ਕੀ ਹੁੰਦਾ ਹੈ, ਪਹਿਲਾਂ ਇੱਕ ਦੀ ਵਿਆਖਿਆ ਜਦ ਕੀਤੀ, ਕਹਿੰਦੇ ਇੱਕ ਜਿਹੜਾ ਹੁੰਦਾ ਭਾਈ ਓਂਕਾਰ ਹੁੰਦਾ। ਓਂਕਾਰ ਕੀ ਹੁੰਦਾ? ਉਹ ਹੁੰਦੀ ਹੈ ਜੋਤ। ਜੇ ਉਹਨੇ ਆਪਣਾ ਆਕਾਰ ਬਣਾਉਣਾ ਹੋਵੇ ਨਾ ਦੇ, ਤਾਂ ਉਹਦੇ ਸ਼ਬਦ ਹੁੰਦੀ ਹੈ। ਦੇ ਸ਼ਬਦ ਕੀ ਹੁੰਦਾ? ਇੱਕ ਦਾ ਇੱਛਾ। ਇੱਛਾ ਇੱਕ ਜੋ ਲਹਿਰ ਉੱਡਦੀ ਹੈ, ਇੱਛਾ ਉੱਡਦੀ ਹੈ, ਉਹ ਉਹਦੀ ਦੇ। ਜੇ ਤਾਂ ਉੱਠੀ ਹੈ ਮਾਇਆ ਦੀ ਇੱਛਾ, ਸੱਚਖੰਡ ਤੋਂ, ਸੱਚ ਤੋਂ ਨੈਗੇਟਿਵ ਇੱਛਾ, ਸੱਚ ਤੋਂ ਨੈਗੇਟਿਵ ਇੱਛਾ ਉੱਠੀ ਹੈ, ਫਿਰ ਤਾਂ ਦੋ ਹੋ ਗਿਆ, ਕਰੈਕ ਹੋ ਗਿਆ। ਬੜਾ ਬਣਨ ਦੀ ਇੱਛਾ, ਫਿਰ ਤਾਂ ਕਰੈਕ ਹੋ ਗਿਆ ਹੈ। ਦੇ ਅੱਡ ਹੋ ਗਈ, ਆਪ ਅੱਡ ਹੋ ਗਿਆ। ਜੇ ਅੱਡ ਹੋ ਗਿਆ, ਮਨ ਅੱਡ ਹੋ ਗਿਆ। ਮਨ ਇਹਦੀ ਝੂਠੀ ਰਹੀ ਹੈ। ਬਿਨ ਸਜਾਏ ਖਿਲਵੇਂ ਝੂਠੀ ਦੇਹੀ। ਇਹ ਝੂਠੀ ਦੇਹੀ ਹੈ ਜਿਹੜਾ ਮਨ ਝੂਠਾ ਨਾ। ਮਨ ਇਹਦੀ ਦੇਹੀ ਹੈ ਅਸਲ ਦੇ ਵਿੱਚ। ਇਹ ਦੇਹੀ ਝੂਠੀ ਬਿਨਸਣੀ ਹੈ। ਫਿਰ ਸੱਚੀ ਕਿਵੇਂ ਪੈਦਾ ਹੋਣੀ ਹੈ? ਸੱਚੀ ਜਿਹੜੇ ਇੱਕ ਹੋਏ ਉਗਵੇ, ਜੋ ਸ਼ਬਦ ਪ੍ਰਗਟ ਹੋਣ, ਉਹ ਸੱਚੀ ਦੇਹੀ ਹੈ। ਉਹ ਸਾਰੇ ਸੱਚਿਆਂ ਦੀ ਦੇਹੀ ਹੈ, ਸੱਚਿਆਰਿਆਂ ਦੀ ਇੱਕੋ ਦੇਹੀ ਹੈ। ਸੱਚਖੰਡ ਦਾ ਜੋ ਸ਼ਬਦ ਹੈ, ਹੁਕਮ ਹੈ, ਉਹ ਦੇਹੀ ਹੈ। ਉਹਦੇ ਜਲੀਨ ਹੋਣ, ਉਹੀ ਆਕਾਰ ਹੈ। ਉਹੀ ਆਕਾਰ। ਆਕਾਰ ਉਹੀ ਹੈ, ਦੇਹੀ ਹੈ, ਆਕਾਰ ਹੈ। ਓਮ ਜੋਤ ਹੈ। ਕਿਵੇਂ ਪਤਾ ਲੱਗਿਆ ਸਾਨੂੰ ਓਮ ਜੋਤ ਹੈ? ਕਿਉਂਕਿ ਓਮ ਨੂੰ ਗੁਰਮੁਖੀ ਕਿਹਾ। ਓਮ ਗੁਰਮੁਖੀ ਕਿਉ ਆਕਾਰਾ। ਆਕਾਰਾ ਕੀਤਾ ਕੀ? ਆਕਾਰਾ ਕੀਤਾ ਆਪੇ ਸ਼ਬਦ ਸਵਾਰਨ ਹਾਰ, ਸ਼ਬਦ ਰੂਪ ਚ ਆਕਾਰਾ ਕੀਤਾ। ਔਰ ਸ਼ਬਦ ਰੂਪ ਕੀ ਹੈ? ਵਿਗਾੜਨ ਹਾਰਾ ਨਹੀਂ, ਸਵਾਰਨ ਹਾਰਾ। ਸਾਡਾ ਜਿਹੜਾ ਸ਼ਬਦ ਹੈ ਮਨ, ਇਹ ਵਿਗਾੜਨ ਹਾਰਾ ਹੈ। ਇਹਨੇ ਵਿਕਾਰ ਪੈਦਾ ਕਰ ਲਏ ਆਪਣੇ ਅੰਦਰ, ਆਪਣਾ ਆਪਾ ਹੀ ਵਿਗਾੜ ਲਿਆ। ਪੈਰ ਕੁਹਾੜਾ ਮਾਰਿਆ। ਕੀ ਕੁਹਾੜਾ ਮਾਰਿਆ? ਕੀ ਮਾਰਿਆ? ਕਬੀਰ ਕੀ ਕਹਿੰਦਾ? ਉਪਜਾ ਪੂਤ ਕਮਾਲ। ਕਮਾਲ ਦਾ ਪੁੱਤ ਪੈਦਾ ਹੋਇਆ ਮਨ। ਹਰ ਕਾ ਸਿਮਰਨ ਛੱਡ ਕੇ ਕਰਨਾ ਆਇਆ ਮਾਲ। ਮਾਇਆ ਦੀ ਇੱਛਾ ਲੈ ਆਇਆ ਕਰ। ਹਰ ਦਾ ਸਿਮਰਨ ਛੱਡਤਾ, ਸਿਮਰਨ ਛੱਡਤਾ, ਲੈ ਆਇਆ ਮਾਇਆ। ਔਗਣ ਲੈ ਆਇਆ, ਗੁਣ ਤਿਆਗ ਦੇ ਔਗਣ ਲੈ ਆਇਆ। ਵਕਾਰ ਲੈ ਆਇਆ ਕਰ। ਇਹ ਕੁਹਾੜਾ ਮਾਰ ਲਿਆ। ਮਨ ਅੱਡ ਹੋ ਗਿਆ, ਜੇ ਅੱਡ ਹੋ ਗਿਆ, ਦਾਲ ਹੋ ਗਿਆ। ਉਹਨੂੰ ਔਗਣ ਪਸੰਦ ਨਹੀਂ, ਇਹਨੂੰ ਗੁਣ ਪਸੰਦ ਨਹੀਂ। ਗੁਣ ਤਾਂ ਪਸੰਦ ਨੇ ਇਹਨੂੰ, ਪਰ ਔਗਣ ਛੱਡ ਕੇ ਨਹੀਂ। ਔਗਣ ਵੀ ਨਾਲੇ ਰਹਿਣ। ਗੁਣ ਤਾਂ ਪਸੰਦ ਨੇ, ਪਰ ਔਗਣ ਵੀ, ਔਗਣਾਂ ਦੇ ਹੁੰਦੇ ਹੋਏ ਗੁਣ ਮਿਲ ਜਾਣ, ਉਹ ਮਿਲਦੇ ਨਹੀਂ। ਨਿਰਮੋਹੀ ਹੋਣਾ ਗੁਣ ਹੈ। ਮੋਹ ਛੱਡੇ ਤਾਂ ਨਿਰਮੋਹੀ ਹੋਵੇ। ਉਹ ਤਾਂ ਨਹੀਂ ਛੱਡਣਾ, ਨਿਰਮੋਹੀ ਹੋ ਜਾਵਾਂ। ਇਹ ਕਿਵੇਂ ਹੋ ਜਾਏਗਾ? ਸਚਿਆਰਾ ਚੰਗਾ, ਸੱਚ ਨੂੰ ਪ੍ਰੇਮ ਕਰਦਾ, ਪਰ ਝੂਠ ਦੇ ਬਿਨਾਂ ਛੱਡੇ ਤੇ ਸਚਿਆਰਾ ਹੋ ਜਾ, ਕਿਵੇਂ ਹੋ ਜਾਏਗਾ? ਔਗਣਾਂ ਨੂੰ ਬਿਨਾਂ ਛੱਡੇ ਤੇ ਦੋ ਹੀ ਅੱਧੀ ਲੱਡੂ ਚਾਹੁੰਦਾ ਵੀ ਔਗਣ ਵੀ ਰਹਿਣ ਕੋਲੇ, ਗੁਣ ਵੀ ਆ ਜਾਣ। ਇਹ ਨਹੀਂ ਆਉਣਾ। ਇਹੋ ਜਿਹੀ ਗੱਲ ਹੈ। ਗੁਰਬਾਣੀ ਚੋਂ ਹੀ ਪਤਾ ਲੱਗੂਗਾ ਇਹ ਸਾਰੇ ਅਰਥ। ਮੂਲ ਮੰਤਰ ਨੂੰ ਇਹ ਵਿਆਖਿਆ ਕੀਤੀ ਹੈ ਗੁਰਬਾਣੀ ਚੋਂ। ਸਾਰੇ ਗੁਰਬਾਣੀ ਨੂੰ ਜੇ ਚੰਗੀ ਤਰ੍ਹਾਂ ਸਮਝ ਲਈਏ ਤਾਂ ਇਹ ਇਹਨਾਂ ਲਫ਼ਜ਼ਾਂ ਦੇ ਅਰਥ ਪਤਾ ਲੱਗੂਗਾ। ਐਵੇਂ ਨਹੀਂ ਪਤਾ ਲੱਗੂਗਾ। ਐਵੇਂ ਤਾਂ ਸ਼ਬਦ ਦੇ ਅਰਥ ਕੀਤੇ ਨੇ ਟੀਕਾਕਾਰਾਂ ਨੇ, ਪਤਾ ਹੀ ਨਹੀਂ ਉਹਨਾਂ ਨੂੰ ਲੱਗਿਆ। ਓਂਕਾਰ ਦੇ ਅਰਥ ਨਹੀਂ ਕਿਸੇ ਨੇ ਡਿਫਾਈਨ ਕੀਤੇ। ਇਹ ਕੱਢ ਹੈ, ਓਂਕਾਰ ਅੱਡ। ਕਿਉਂ? ਓਂਕਾਰ ਬ੍ਰਹਮਾ ਉਤਪਤ। ਦੇਖੋ ਓਂਕਾਰ
ਪਹਿਲਾਂ ਹੁੰਦਾ। ओंकार ने ब्रह्मा पैदा किया, ब्रह्मा कल पैदा किया, हुक्म ने पैदा किया ना। ओं और आकार, जे आप समझ लिए लोहा, एक लोहे की तलवार है, लोहे जो तलवार बनाई है ना, फिर अड शेप दी है उन्होंने। जी शेप दी है अड, वही आकार है, वो शब्द। जिवें पानी जो लहर पैदा हुई है, लहर की है, पानी ही है, हुक्म लहर है उसकी। मन भी लहर है, ये मन लहर ही कढ़ थी है, ये लहर नूं रोक दी जद समा जाती है। ਜਾਂ लहर नूं रोकना जद ही डाउन हो जाना ने। जिन्ना चर चलती है उन्ना चर लहर है। मन जिन्ना चर उड़ता है ना, चलता है, उन्ना चर इहदा वजूद है, जब टिकिया खत्म। सुत्ते पिया दा मन नहीं हुंदा, बेहोश होने मन नहीं हुंदा। जे मन नूं रोक दी खत्म। जद चलायमान है जिन्ना चर लहर, जिन्ना उन्ना चर लहर का वजूद है, जिन्ना चर लहर चलती है। लहर रुकी और लहर खत्म। ओंकार है पहला गुण है, इनू पछाणना है। एक नूं आपां ने हुण ये बुझारत है, एक की है, एक बुझारत है दुनिया दे विच। सारियां मत्तां एक दी गल करदियां ने, दस नहीं एक की है। ये एक ही बुझारत है सारी गुरबाणी दी। कहा बुझारत बुझे तोरा, बस हुआ बुझण वाला। बुझारत वड्डी है, बड़े बड़ियां ते नहीं बुझ होई। गुरा एक देह बुझाई, बुझारत है। गुरा एक देह बुझाई, केड़ा एक सबना जियां का एक दाता, सो मैं बिसर न जाई। जिन्होंने सारे जिया का एक दाता कहते, वो एक की है, बुझारत है। बुझारत बारे अता पता दसिया इन्हां 8 गुणां दे विच। 8 ने 9वां थल्ले जिहड़ा गुरप्रसाद है, वो तो ਇਹਦੇ ਨਾਲ पता लगूगा। जरिए गुरप्रसाद के थ्रू ज्ञान का प्रसाद मिलूगा, ज्ञान की कृपा होगी, रोशनी अंदर वधूगी। रोशनी कद वधूगी? जब एक हो जू आप। रोशनी दो थां होई हुई है, जब यदि रोशनी वधूगी आप हो जूगा, इनू अपना ही ज्ञान हो जूगा, आत्म ज्ञान हो जूगा। रोशनी कदे बाहरों नहीं आनी, ਇਹਦੀ रोशनी दो थां हुई हुई है। भरम पैदा हो गया, भरम दूर हो जाऊगा, चानण पूरा हो जाऊगा, बुद्ध पूर्ण हो जाऊगी। बुद्ध पूरी नहीं है उन्होंने दी। जन नानक पूर्ण बुद्ध, बुद्ध पूर्ण हो जाऊगी, पूरी बुद्ध हो जाऊगी। पूर्ण जोत जगह घट मैं, दसो पातशाह कहते पूर्ण जोत जगह घट मैं। जब जोत पूरी जगू हिरदे दे विच, खालसा ताही ने खालस जाना। फिर समझो खालसा यह शुद्ध हो गया। फिर खालसा है पूर्ण जोत जगह घट मैं। बाणा पा के नहीं खालसा है, बाणा कला पा के जो खालसा नहीं है। बाणा तो है उसकी वर्दी है, तो गुरबाणी दी समझ नाल खालसा। ओंकार है, ओम जोत भी है और जोत का आकार भी है। कली जोत का आकार नहीं होता। जोत में जो सोच है वो आकार है। जे जोत विच सोच नहीं है, वह आकार नहीं, फिर निराकार है। बगैर सोच ते जोत निराकार है। जिवें टिकिया होया पानी निराकार है, लहर पैदा हो गई विच आकार हो गया। जदों सृष्टि नहीं हुंदी उदों सुन्न समाध लगा जांदा लिखे। जोत हुंदी है,
ਅਰਬ ਦਾ ਨਰਬਦ ਧੰਦੂ ਕਾਰਾ। ਉਦੋਂ ਨਾ ਧਨ ਹੈ, ਨਾ ਗਗਨ ਹੈ, ਨਾ ਹੁਕਮ ਹੈ। ਹੁਕਮ ਨਹੀਂ ਹੈ ਉਦੋਂ। ਦੇਖੋ ਉਦੋਂ ਹੁਕਮ ਹੈ ਨਹੀਂ, ਨਾ ਹੁਕਮ ਅਪਾਰਾ, ਆਕਾਰ ਹੈ ਨਹੀਂ, ਹੁਕਮ ਆਕਾਰ ਹੈ। ਹਾਕਮ ਜਿਹੜਾ ਹੈਗਾ ਜੋਤ ਹੈ, ਹੁਕਮ ਉਹਦਾ ਜਿਹੜਾ ਉਹਦੀ ਮਰਜ਼ੀ ਹੈ। ਹੁਕਮ ਉਹਦੀ ਮਰਜ਼ੀ ਹੈ, ਉਹਦੇ 'ਚ ਮਰਜ਼ੀ ਪੈਦਾ ਹੋਈ, ਪ੍ਰਗਟ ਕੀਤੀ ਉਹਨੇ ਆਪਣੀ ਮਰਜ਼ੀ, ਆ ਮਰਜ਼ੀ ਉਹਨੇ ਗੁਪਤ ਰੱਖੀ ਬਸ। ਮਰਜ਼ੀ ਬੋਲ ਕੇ ਪ੍ਰਗਟ ਹੁੰਦੀ ਹੈ, ਬੋਲ ਕੇ ਪ੍ਰਗਟ ਹੁੰਦੀ ਹੈ। ਇਸ ਕਰਕੇ ਹੁਕਮ ਨੂੰ ਬੋਲੇ ਕਿਹਾ ਹੈ। ਹੁਕਮ ਹੈ, ਇੱਛਾ ਹੈ ਉਹਦੀ। ਇਹ ਬੋਲ ਹਵਾ ਨਹੀਂ ਇਹਦੇ ਵਿੱਚ ਹੁੰਦੀ। ਬੋਲ ਸਾਡਾ ਮੂੰਹ ਕਾ ਕਹਿ ਬਹੁ ਹੈ, ਇਹ ਜਾਨੀ ਮਨ ਦੇ ਵਿੱਚ ਜਿਹੜੀ ਇੱਛਾ ਹੈ ਉਹੀ ਉਹ ਬੋਲਦਾ। ਤਾਂ ਹੀ ਕਿਹਾ ਚੁੱਪ ਹੈ, ਚੁੱਪ ਨਾ ਹੋ ਬਈ। ਜੇ ਮਨ ਚੁੱਪ ਕਰ ਗਿਆ ਨਾ, ਮੂੰਹ ਨਾਲ ਬੋਲਦਾ ਨਹੀਂ, ਇਹਦਾ ਬੰਦਾ ਚੁੱਪ ਨਹੀਂ ਕੀਤਾ। ਇੱਛਾ ਹੈ ਜਿਹੜੀ ਇਹਦੇ ਇੱਛਾ ਹੋਈ ਹੈ ਤਾਂ ਬੋਲ ਹੈ। ਜੋ ਅੰਦਰ ਸਾਡੇ ਇੱਛਾ ਪੈਦਾ ਹੋ ਰਹੀ ਉਹੀ ਬੋਲਦਾ, ਉਹ ਬੋਲ ਹੈ। ਪਰਮੇਸ਼ਰ ਦਾ ਮਨ ਜੋ ਕੁਝ ਬੋਲਦਾ ਉਹਦੀ ਇੱਛਾ। ਸਾਬਤ ਦਾ ਮਨ ਬੋਲਦਾ ਇੱਛਾ ਹੈ, ਮਨ ਵੱਖਰਾ ਹੋ ਕੇ ਬੋਲਦਾ ਗੱਲ ਹੋਰ ਹੈ। ਮਨ ਸਾਬਤ ਦਾ ਬੋਲਦਾ ਗੱਲ ਹੋਰ ਹੈ। ਸਾਬਤ ਦਾ ਮਨ ਬੋਲਦਾ ਹੈ ਗੱਲ ਹੋਰ ਹੈ, ਮਨ ਵੱਖਰਾ ਹੋ ਕੇ ਬੋਲਦਾ ਹੋਰ ਹੈ। ਜਦ ਉਲਟਾ ਬੋਲ ਲਿਆ ਨਾ ਤੇ ਪ੍ਰੀਤ ਟੁੱਟ ਜਾਂਦੀ ਹੈ। ਜੇ ਦੋਹਾਂ ਦਾ ਪ੍ਰੇਮ ਹੋਵੇ ਤਾਂ ਭਾਸ਼ਾ ਹੋਰ ਹੁੰਦੀ ਹੈ, ਜੇ ਪ੍ਰੇਮ ਟੁੱਟ ਜਾਏ ਤਾਂ ਭਾਸ਼ਾ ਬਦਲ ਜਾਂਦੀ। ਹੁਣ ਮਨ ਦੀ ਭਾਸ਼ਾ ਬਦਲੀ ਹੋਈ, ਚਿੱਤ ਦੇ ਅਨੁਸਾਰ ਦੀ ਭਾਸ਼ਾ ਨਹੀਂ ਬੋਲਦਾ, ਸੱਚ ਦੇ ਅਨੁਸਾਰ ਦੀ ਭਾਸ਼ਾ ਨਹੀਂ ਬੋਲਦਾ। ਕਿਉਂਕਿ ਟੂਟ ਪ੍ਰੀਤ ਗਈ ਬੁਰ ਬੋਲ, ਇਹਦੀ ਭਾਸ਼ਾ ਬੁਰੀ ਹੈ। ਬੁੱਧੀ ਦੀ ਭਾਸ਼ਾ ਬੁਰੀ ਹੈ, ਕਬੁੱਧ ਜੋ ਹੋ ਗਈ ਨਾ, ਇਸ ਕਰਕੇ ਇਹਦੀ ਪ੍ਰੀਤ ਟੁੱਟ ਗਈ ਸੱਚ ਨਾਲੋਂ। ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਇਸ ਕਰਕੇ ਘਰੋਂ ਕੱਢੀ। ਘਰੋਂ ਕਿਉਂ ਕੱਢੀ? ਆਤਮਾ ਹੈ ਬੁਰ ਬੋਲ ਬੋਲਦੀ ਸੀ, ਭਾਸ਼ਾ ਠੀਕ ਨਹੀਂ ਸੀ, ਇੱਛਾ ਠੀਕ ਨਹੀਂ ਸੀ, ਵੱਖਰਾ ਹੀ ਰਾਹ ਕੱਢਦੀ ਸੀ। ਜਿੰਨੀ ਆਤਮਾਵਾਂ ਏਦਾਂ ਨਾ ਕਰਦੀਆਂ ਦੀਆਂ, ਸਾਰਿਆਂ ਨੂੰ ਇੱਧਰ ਕੱਢਦਾ ਵੀ ਇੱਥੇ ਰਹੋ ਤੁਸੀਂ ਅੱਡ। ਤੁਹਾਡਾ ਸੁਭਾਅ ਸੂਚੀ ਰਲਦਾ, ਤੁਹਾਨੂੰ ਇੰਨਾ ਏਰੀਆ ਦੇ ਦਿੱਤਾ, ਇੱਥੇ ਤੁਸੀਂ ਸਾਰਾ ਕੁਝ ਇੰਤਜ਼ਾਮ ਕਰ ਲੈਣਾ ਤੁਹਾਡੇ ਵਾਸਤੇ। ਤੁਸੀਂ ਫੈਸਲਾ ਕਰੋ ਤੁਹਾਡੇ ਚੋਂ ਬੜਾ ਕੌਣ। ਜੇ ਬੜਾ ਬਣਨਾ ਇੱਥੇ ਬੜਾ ਬਣੋ, ਕੋਈ ਛੋਟਾ ਬਣੋ, ਤੁਸੀਂ ਦੇਖ ਲਓ। ਇੱਥੇ ਕੰਪੀਟੀਸ਼ਨ ਹੈ ਇੱਥੇ ਵੀ ਸਾਡੇ ਘਰ ਕੰਪੀਟੀਸ਼ਨ ਨਹੀਂ। ਇੱਥੇ ਤਾਂ ਅਸੀਂ ਤਾਂ ਸਾਰੇ ਛੋਟੇ ਚੰਗੇ ਹਾਂ। ਜਿਹਨੇ ਬੜਾ ਬਣਨਾ ਇੱਥੇ ਹੋ ਜਾਓ। ਇੱਥੇ ਹੁਣ ਬੜਾ ਬਣਨ ਦੀ ਲੜਾਈ ਹੈ ਸਾਰਿਆਂ ਨੂੰ, ਮਾਰਾ ਮਾਰੀ ਤਾਂ ਹੀ ਹੈ। ਉੱਥੇ ਕੋਈ ਲੜਾਈ ਨਹੀਂ, ਕੋਈ ਬੜਾ ਬਣਨ ਦੀ ਇੱਛਾ ਹੀ ਨਹੀਂ ਕਿਸੇ। ਜਾਂ ਬੜੇ ਬਣਨ ਦੀ ਇੱਛਾ ਮੁੱਕ ਜਾਂਦੀ ਹੈ ਨਾ, ਫਿਰ ਸੱਚਖੰਡ ਦਾ ਦਰਵਾਜ਼ਾ ਖੁੱਲ ਜਾਂਦਾ। ਤਾਂ ਕਿਹਾ ਦੁਨੀਆ ਦੀਆਂ ਵਡਿਆਈਆਂ ਅਗੀਨ ਸੇਤੀ ਜਾਲ। ਇਹ ਵਡਿਆਈਆਂ ਦੁਨੀਆ 'ਚ ਨੇ, ਸੱਚਖੰਡ 'ਚ ਵਡਿਆਈ ਨਹੀਂ ਹੈ। ਵਡਿਆਈ ਦੀ ਇੱਛਾ ਹੀ ਨਹੀਂ ਉੱਥੇ ਕਿਸੇ ਨੂੰ। ਇਹ ਦੁਨੀਆ ਵਿੱਚ ਵਡਿਆਈ ਦੀ ਇੱਛਾ, ਉੱਥੇ ਤਾਂ ਵਡਿਆਈ ਦੀ ਇੱਛਾ ਹੀ ਨਹੀਂ ਕਿਸੇ ਨੂੰ। ਵਡਿਆਈਆਂ ਹੁੰਦੀਆਂ ਹੀ ਦੁਨੀਆ 'ਚ ਨੇ। ਅੱਗੀ ਸੇਤੀ ਜਾਲ, ਹਾਂ ਇਹਨੇ ਜਲੀ ਜਗ ਜਾਲਿਆ। ਜਿਹੜਾ ਸੰਸਾਰ ਚੱਲਦਾ ਨਾ, ਅਗਨ ਸਾਗਰ ਬਣਿਆ ਹੋਇਆ, ਇਹ ਅਗਨ ਸਾਗਰ ਵਡਿਆਈਆਂ ਨੇ ਬਣਾਇਆ ਹੋਇਆ। ਇਹ ਬੜੇ ਬੜੇ ਜਿਹੜੇ ਗੋਲੇ ਬਣਾਏ ਨੇ ਅੱਗ ਦੇ ਬੰਬ, ਇਹ ਬੜੇ ਬਣਨ ਵਾਸਤੇ ਬਣਾਏ ਨੇ। ਜਿਹੜੀ ਅੱਗ ਪੈਦਾ ਕੀਤੀ ਹੈ, ਇਹ ਬੜੇ ਬਣਨ ਦੀ ਇੱਛਾ ਨਹੀਂ ਪੈਦਾ ਕੀਤੀ। ਦਿੱਤਾ ਨਾਮ ਬਸਾਰ, ਨਾਮ ਸਭ ਨੂੰ ਵਿਸਰਿਆ ਹੈ। ਮੈਂ ਇੱਥੇ ਤਾਂ ਓਂਕਾਰ ਹੈ, ਦੋ ਰੂਪ ਨੇ ਉਹਦੇ। ਹੁਕਮ ਵੀ ਉਹ ਹੈ, ਹਾਕਮ ਵੀ ਉਹੀ। ਓਮ ਹਾਕਮ ਹੈ, ਆਕਾਰ ਉਹਦਾ ਹੁਕਮ।
ਓਮਕਾਰ ਦੋ ਸ਼ਬਦਾਂ ਤੋਂ ਬਣਿਆ। ਓਮ ਜਮਾ ਆਕਾਰ। ਓਮ ਗੁਰਮੁਖ ਕੀਓ ਆਕਾਰਾ, ਆਕਾਰਾ। ਓਮ ਗੁਰਮੁਖ ਕੀਓ ਆਕਾਰਾ। ਓਮ ਗੁਰਮੁਖ ਹੈ, ਗੁਰਮੁਖ ਨਹੀਂ ਬੋਲਦਾ, ਉਹ ਬੁਲਾਇਆ ਬੋਲੇ ਖਸਮ ਕਾ ਹੈ। ਜਦ ਬੁਲਾਇਆ ਬੋਲੇ ਖਸਮ ਕਾ ਫਿਰ ਉਹ ਤਾਂ ਬੋਲਦਾ ਹੀ ਨਹੀਂ। ਹਾਂ ਆਪੋ ਬੋਲਣਾ ਜਾਣਦਾ। ਫਿਰ ਉਹ ਓਮ ਹੈ, ਜੋਤ ਸਰੂਪ ਹੈ, ਪੂਰਨ ਜੋਤ ਹੈ, ਬੋਲਦਾ ਨਹੀਂ ਹੈ। ਤਾਂ ਖਜ਼ਾਨੇ 'ਚ ਪੈਂਦਾ ਖਰਾ। ਜਿਵੇਂ ਬੁਲਾਉਂਦੇ ਨੇ ਉਵੇਂ ਬੋਲਦਾ। ਮਨ ਬੋਲਦਾ ਆਪਣੀ ਮਰਜ਼ੀ ਨਾਲ, ਇਹ ਬੋਲਦਾ ਗੁਰ ਕੇ ਭਾਣੇ ਨਾਲ। ਬਸ ਇਹ ਫਰਕ ਬੋਲਦਾ ਹੈ ਪਰ ਬੁਲਾਏ ਤੋਂ। ਜਿਹੜਾ ਬਲਾਬਲ ਰਾਗ ਬੋਲਦਾ ਫਿਰ ਇਹ ਕਰਨਾਦ ਬਲਾਬਲ ਰਾਗ। ਬਲਾਬਲ ਦਾ ਮਤਲਬ ਹੈ ਜਦ ਬੁਲਾਉਂਦਾ ਤਾਂ ਬੋਲਦਾ। ਬਲਾਬਲ ਰਾਗ ਹੈ ਬੁਲਾਏ ਤੇ ਬੋਲਣਾ। ਇਹ ਹਰਪ੍ਰਭ ਜਿਹੜਾ ਗਾਵੇ ਅਸੀਂ ਇਹ ਬਲਾਬਲ ਰਾਗ ਕੀਤਾ, ਜਿਵੇਂ ਬੁਲਾਇਆ ਉਵੇਂ ਬੋਲੇ। ਇਹ ਕੀ ਜਾਣ ਬਲਾਬਲ ਰਾਗ ਕੀ ਹੁੰਦਾ। ਬਲਾਬਲ ਰਾਗ ਦੀ ਉੱਥੇ ਵਿਆਖਿਆ ਕੀਤੀ ਹੈ। ਬਲਾਬਲ ਰਾਗ ਹੁੰਦਾ ਕੀ ਹੈ, ਇਹਨਾਂ ਦਾ ਖਬਰਾਂ ਰਾਗੀਆਂ ਦਾ ਕੀ ਹੋਊਗਾ। ਇਹ ਬਲਾਬਲ ਰਾਗ ਬੋਲਦਾ ਫਿਰ ਕਰਨਾਦ ਬਲਾਬਲ ਰਾਗ, ਆਵਾਜ਼ ਕੱਢ ਕੇ ਮੂੰਹ ਦਾ ਨਾਦ ਹੈ ਕਰਨਾਦ ਨਾਦ। ਫਿਰ ਉੱਚੀ ਬੋਲਦਾ, ਦੁਨੀਆ ਨੂੰ ਸੁਣਦਾ। ਹੁੰਦੀ ਨਾਦ ਦੀ ਵਿਆਖਿਆ ਬੁਲਾਇਆ ਹੀ ਬੋਲਦਾ। ਫਿਰ ਜਦੋਂ ਇਹ ਬੁਲਾਇਆ ਬੋਲਦਾ ਹੈ, ਆਪ ਨਹੀਂ ਬੋਲਦਾ, ਫਿਰ ਇਹ ਸੱਚਖੰਡ ਖਰਾ ਖਜ਼ਾਨੇ 'ਚ ਪੈਣ ਦੇ ਕਾਬਲ ਹੋ ਜਾਂਦਾ। ਫਿਰ ਖਰਾ 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 ਆਖੇ ਸਭ ਹੋਏ। ਖਰਾ ਰਤਨ ਜੁਗ ਚਾਰੇ ਹੋਏ। ਤੇ ਇੱਥੇ ਵੀ ਖਰਾ, ਸੰਸਾਰ 'ਚ ਵੀ ਖਰਾ, ਸੱਚਖੰਡ 'ਚ ਵੀ ਖਰਾ, ਉੱਥੇ ਵੀ ਖਰਾ। ਤਾਂ ਚਾਰ ਯੁੱਗ ਤਾਂ ਬਣਦੇ ਨੇ। ਚੌਥਾ ਯੁੱਗ ਸੱਚਖੰਡ ਹੈ। ਇਹ ਲੋਕ 'ਚ ਵੀ ਖਰਾ, ਪਰ ਲੋਕ 'ਚ ਵੀ ਖਰਾ। ਇਹ ਲੋਕ ਦੇ ਵਿੱਚ ਤਿੰਨੇ ਯੁੱਗ ਨੇ, ਚੌਥਾ ਨਹੀਂ ਹੁੰਦਾ ਇਹ ਲੋਕ ਦੇ ਵਿੱਚ। ਭੂਤ ਭਵਿੱਖ ਵਰਤਮਾਨ ਤਿੰਨੇ ਸਮੇਂ ਨੇ ਇਹਦੇ ਵਿੱਚ। ਉਹਨਾਂ ਨੇ ਤਾਂ ਮੰਨ ਲਈ, ਉਹਨਾਂ ਨੂੰ ਪ੍ਰੋਬਲਮ ਸੀ ਵਿਚਾਰਿਆਂ ਨੂੰ। ਜਿਨ੍ਹਾਂ ਨੇ ਚਾਰ ਇੱਥੇ ਮੰਨ ਲਏ ਨਾ, ਰਿਸ਼ੀ ਮੁਨੀਆਂ ਨੇ, ਉਹ ਵਿਦਵਾਨ ਸੀ। ਹੁਣ ਚੌਥਾ ਕਿੱਥੇ ਲੈ ਕੇ ਜਾਂਦੇ। ਸੰਸਾਰ ਦੇ ਬਾਰੇ ਤਾਂ ਉਹਨਾਂ ਨੂੰ ਗਿਆਨ ਹੀ ਨਹੀਂ। ਉਹਨਾਂ ਨੇ ਸੰਸਾਰ 'ਚ ਚਾਰ ਵਾੜ ਲਏ। ਕੀ ਕਰਦੇ? ਇਹ ਮੁੱਕਰ ਦੇ ਵੀ ਚੌਥਾ ਹੁੰਦਾ ਹੀ ਨਹੀਂ, ਮੁੱਕਰ ਸਕਦੇ ਨਹੀਂ। ਇਹ ਪ੍ਰੋਬਲਮ ਸੀ ਉਹਨਾਂ ਨੂੰ। ਚੌਥੇ ਦਾ ਗਿਆਨ ਹੈ ਨਹੀਂ ਸੀ, ਸੰਸਾਰ 'ਚ ਚਾਰੇ ਬਣਾ ਲਏ। ਉਹ ਚੈਪਟਰ ਹੀ ਛੱਡਦਾ ਸੱਚਖੰਡ ਵਾਲਾ। ਉਹ ਤਾਂ ਗੁਰਬਾਣੀ 'ਚ ਹੈ ਚੈਪਟਰ, ਬਾਕੀ ਤਾਂ ਕਿਤੇ ਹੈ ਨਹੀਂ। ਉਹਨਾਂ ਦਾ ਸੁਰਗ ਨਰਕ ਚੈਪਟਰ ਹੈ। ਰਿਸ਼ੀਆਂ ਮੁਨੀਆਂ ਦਾ ਸੁਰਗ ਨਰਕ ਚੈਪਟਰ ਹੈ। ਸੁਰਗ ਨਰਕ ਨੂੰ ਬਾਣੀ ਨਹੀਂ ਮੰਨਦੀ। ਸਾਰੀਆਂ ਮੱਤਾਂ ਮੰਨਦੀਆਂ ਨੇ ਸੁਰਗ ਨਰਕ ਨੂੰ। ਮੁਸਲਮਾਨ ਵੀ ਮੰਨਦੇ ਨੇ ਦੋਜ਼ਖ ਨੂੰ, ਜੰਨਤ ਨੂੰ, ਪਰ ਗੁਰਮਤਿ ਨਹੀਂ ਨਾ ਮੰਨਦੀ। ਕਿਉਂਕਿ ਗੁਰਮਤਿ ਨੂੰ ਸੁਰਗ ਦਾ ਪਤਾ ਹੈ, ਸੁਰਗ ਕੀ ਹੁੰਦਾ। ਸੱਚਖੰਡ ਸੁਰਗ ਹੈ, ਸਵੈ ਘਰ, स्वयं का घर, निराकार का देश। निराकार के देश जाए तां सुख लहे महल। वो है सुरग। स्वयं का घर है जोड़ा। निराकारी जब होंगे उदों का घर है जोड़ा। आ तां माया के घर ने, ऐसे रह हम बहुत बसाए। ऐसे करता ने बथेरे पैदा किए। जब हम राम गर्भ होए आए। ये तो कच्चा घर है, की है काची गागर सर पर फूटा। ये तो थोड़ा चिर वास्ते घर है, फिर दूआ बनाना पै जाता, फिर तीआ बनाना, फिर होर बनाना पै जाता। आत्मा तो अमर है, शरीर अमर है नहीं। ये प्रॉब्लम है। ओंकार है, जोत भी है, हुक्म भी, शब्द भी। दो हाकम और हुक्म अड्ड अड्ड होंदे ने संसार च। हाकम इत्थे बैठा है, हुक्म करता, बोले हो परे सुन गया। पर यह नहीं, इदा नहीं है। इत्थे नहीं, इत्थे हाकम हुक्म नाल ही जांदा, इकट्ठे ही रहंदे। जिवें लहर और पानी अड्ड नहीं हो सकते एक दूए तो,
लहर हुक्म है, लहर पानी हो है, लहरे जाके टच करूगी, पानी पानी नू टच करूगा। जो पानी संग पानी, लहर पानी है, पानी जो पैदा हुई है पानी हुई है। ऐसे लीन प्यो गोबिंद स्यो जो पानी संग पानी। मन की है गोबिंद चो लहर पैदा हुई है। पर पई हुई ओदी मर्जी तो खिलाफ है। हवा चलती है बाहर, जितनी भी हवा चलू उतनी लहर पैदा हो जाती। सरोवर च, नहर च, छप्पड़ च, नदी च, पानी च, जिथे भी पानी खड़ा, जे हवा पश्चिम की चलती है तो पश्चिम पूर्व नूं लहर जान लग जू, जे पूर्व चो हवा आती है तो लहर पश्चिम वाल नूं जान लग जू। पानी की तो कोई मर्जी नहीं, हवा की मर्जी। बस ये जड़ा है ना मन पाउण रूप होया है ना, ये पुठी लहर कढ़ी हुई है, नीवे पासे नूं लहर कढ़ दी माया वाल नूं। ये लहर रूप है। जे रुक जाए मन बिचे समा जाता, बस जितना रुक गया ना फिर हो गया, फिर अपने जितों लहर उड़ती उत्थे समा जाती। फिर कद होगा सवाल है, जे हवा दा रुख, हवा दा जिहड़ा या तो हवा बंद हो जाए, या पानी हवा दा प्रभाव कबूल करना हट जाए। पानी की पोजीशन ऐसी हो जाए कि हवा उत्ते असर ना करे। वो पानी ते हवा असर ज्यादा नहीं करती, जब पानी जम जाए अपने आप को इन्ना ठंडा कर लवे, जम जाए कि हवा जिन्नी मर्जी चली जाए ये असर ना करे, या फिर हवा हो गई ना। हवा ना होवे तो मुश्किल है, माया तो रहूगी इत्थे, ਇਹਦੇ ਤੇ असर ना करे। ਇਹਦਾ ਹਿਰਦਾ ਹਿਵਾਕਾਰ ਹੋ ਜਵੇ, ਗੁਰ ਹਿਵਾਕਾਰ। ਗੁਰਮਤਿ ਦੇ ਗਿਆਨ ਨਾਲ ਹਿਵਾਕਾਰ ਹੋ ਸਕਦਾ ਹੈ, ਮਨ ਜਮ ਸਕਦਾ ਹੈ, ਰੁਕ ਸਕਦਾ ਹੈ ਸਮਝ ਕੇ। ਬੇਸਮਝੀ ਨਾਲ ਕਰ ਰਿਹਾ, ਮਾਇਆ ਨਾਲ ਜੁੜ ਰਿਹਾ। ਵਿਖਿਆ ਨਾ ਕਿਉਂ ਰਾਜਦਾ, ਅਣਜਾਣ ਤੇ ਵਿਖਿਆ ਮੈਂ ਰਚਿਆ। ਅਣਜਾਣ ਤੇ ਵਿਖਿਆ ਦਾ ਪ੍ਰਭਾਵ ਕਬੂਲ ਕਰਦਾ, जे जानता अपना बचन, फिर विख्या का प्रभाव कबूल नहीं करू। ये चेतन है, ये प्रभाव कबूल करे। लोभ लहर का लोभ का या ना करे दी मर्जी है। लोभ का असीं प्रभाव कबूल करिए या ना करिए साडी मर्जी है, पर असीं जानबूझ के प्रभाव कबूल करते। पानी जड़ है, हवा चलूगी, वो बेचारा नहीं, वो बस की गल नहीं है प्रभाव कबूल करे ना करे। तो जड़ असी तो चेतन, मन तो चेतन है। लोभ लहर है, लोभ का प्रभाव कबूल करना साडी मर्जी है। छड्ड सकते हैं पर छड्डते नहीं। जेड़े छड्ड दिंदे ने वो एक हो जाते हैं। लोभ का प्रभाव कबूल करना, माया का प्रभाव जे कबूल करन तो मन हट जाए, अपने मूड च समा जाता। इस करके सब तो वड्डा लोभ है जो किसी धर्म दे गुरमत नूं मनण च सब तो वड्डा अड़िक्का लोभ है। इस करके कह लोभी का विसा न कीजे, लोभी का विसा न करे भी सिख बन जू। लोभी ने सिख नहीं बनना। जिथे तक थोड़ी वाह लगे ना, जाका पार बस जे का पार वसाए। सिखा नूं कहे जिथे तक वाह लगे लोभियां ते भरोसा ना करियो। ये तुहानूं तां खराब कर सकते ने, थोड़े रल के सिੱਖੀ ਨੂੰ ਤਾਂ ਖਰਾਬ कर सकते हैं।
ਇਹਨਾਂ ਨੇ ਆਪ ਨਹੀਂ ਸਿੱਖ ਬਣਨਾ। ਰਣਜੀਤ ਸਿੰਘ ਨੇ ਸਾਰੇ ਲੋਭੀ ਸਿੱਖ ਬਣਾ ਲਏ, ਆਪ ਵੀ ਲੋਭੀ ਸੀ ਨਾ। ਬਦਲਾ ਇਸ ਗੱਲ ਦਾ ਲਿਆ ਕਿ ਉਹਨਾਂ ਨੂੰ ਰਣਜੀਤ ਸਿੰਘ ਦੇ ਜਿਹਨਾਂ ਨੂੰ ਬਾਪ ਸੀ ਨਾ, ਜਿਹੜਾ ਰਣਜੀਤ ਸਿੰਘ ਦਾ ਮਹਾਂ ਸਿੰਘ, ਮਿਸਲ ਤਾਂ ਉਹਨੇ ਲਈ ਸੀ ਨਾ, ਪਹਿਲਾਂ ਮਿਸਲ ਤਾਂ ਉਹਨੇ ਕਾਇਮ ਕੀਤੀ ਹੈ, ਇਹਨੇ ਤਾਂ ਵਧਾਈਆਂ ਨੇ। ਉਹਦਾ ਬਾਣਾ ਲਾ ਲਿਆ ਸੀ ਅਕਾਲੀ ਫੂਲਾ ਸਿੰਘ ਨੇ ਵੀ ਜੇ ਮਿਸਲ ਦਾ ਰਾਜ ਕਰਨਾ ਤਾਂ ਬਾਣਾ ਲਾ ਦੇ, ਹੱਦ ਮੰਨ ਗਏ ਸੀ ਇਹ। ਉਹ ਬਦਲਾ ਲਿਆ ਸੀ ਇਹਨਾਂ ਨੇ, ਇਹ ਲੋਭੀਆਂ ਨੂੰ ਸਿੱਖ ਬਣਾ ਕੇ 2 ਨੰਬਰ ਦੇ ਸਿੱਖ, 2 ਨੰਬਰ ਦੀ ਸਿੱਖੀ ਹੈ। ਉਹ ਬਾਣਾ ਤਾਂ ਉਹਨਾਂ ਨੇ ਪਾਉਣ ਨਹੀਂ ਦਿੱਤਾ ਇਹਨਾਂ ਨੂੰ। ਆਹ ਡੁਪਲੀਕੇਟ ਬਾਣਾ ਤਾਂ ਬਾਅਦ ਚ ਪਾਇਆ। ਆ ਜਦ ਇਹਨਾਂ ਨੇ ਗੁਰਦੁਆਰੇ ਲਾਏ ਨੇ ਨਾ, ਜਦ ਉਹਨਾਂ ਨੇ ਪ੍ਰਮਾਣ ਕਰਤਾ ਵੀ ਐਸੇ ਵੀ ਅਕਾਲੀ ਹੋਤੇ हैं, ਨਹੀਂ ਇਹਨਾਂ ਨੂੰ ਚਾਬੀਆਂ ਨਹੀਂ ਸੀ ਮਿਲਦੀਆਂ। ਇਹਨਾਂ ਨੇ ਦੂਏ ਸਿੱਖ ਬਣਾ ਕੇ ਹੋਰ ਸਾਰੇ ਸਿੱਖ ਨੂੰ ਤਾਂ ਬਾਣਾ ਪਾਉਣ ਦੀ ਲੋੜ ਨਹੀਂ ਸੀ ਹੁੰਦੀ, ਅੰਮ੍ਰਿਤ ਛਕਣ ਦੀ ਲੋੜ ਨਹੀਂ ਸੀ ਹੁੰਦੀ ਗੁਰੂਆਂ ਵੇਲੇ। ਇਹਦਾ 10 ਪਾਤਸ਼ਾਹ ਨਹੀਂ ਸਿਖਾਇਆ ਸੀ। ਗੁਰਦੁਆਰੇ ਜਾਣ ਵੇਲੇ ਕੋਈ ਲੋੜ ਨਹੀਂ ਸੀ, ਸਿੱਖ ਨੂੰ ਕੋਈ ਲੋੜ ਨਹੀਂ ਬਾਣਾ ਪਾਉਣ। ਇਸ ਗੁਰਦੁਆਰਾ ਇੱਕ ਸਿੱਖ ਹੈ, ਖਾਲਸਾ ਗੁਰਦੁਆਰਾ ਇੱਕ ਨਹੀਂ। ਸਿੱਖ ਨੂੰ ਕਿਰਪਾਨ ਪਾਉਣ ਦੀ ਕੋਈ ਲੋੜ ਨਹੀਂ, ਇਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼। ਸਿੱਖ ਦਾ ਕਬੀਲ ਦੇ ਵੀ ਨੇ, ਖਾਲਸੇ ਨੂੰ ਹੈ ਬਾਣਾ ਪਾਉਣ ਦੀ ਲੋੜ। ਤਾਂ ਖਾਲਸਾ ਸਿੱਖ ਵਾਸਤੇ ਕਿਸੇ ਕਿਰਪਾਨ ਦੀ ਲੋੜ ਨਹੀਂ ਹੈ। ਹਾਂ, ਜਟਾ ਜੋੜ ਦੀ ਲੋੜ ਹੈ, ਦਾੜੀ ਕੇਸ ਦੀ ਲੋੜ ਹੈ, ਇਮਾਨਦਾਰੀ ਦੀ ਲੋੜ ਹੈ, ਗੁਣਾਂ ਦੀ ਲੋੜ ਹੈ, ਗੁਰਬਾਣੀ ਤੇ ਚੱਲਣ ਦੀ ਲੋੜ ਹੈ, ਗੁਰਬਾਣੀ ਨੂੰ ਮੰਨਣ ਦੀ ਲੋੜ ਹੈ। ਬਾਣਾ ਭਾਵੇਂ ਪਾਵੇ ਭਾਵੇਂ ਨਾ ਪਾਵੇ, ਮਨ ਕਰਕੇ ਸਿੱਖ ਬਣਿਆ ਉਹ। ਖਾਲਸਾ ਤਨ ਔਰ ਮਨ ਕਰਕੇ ਸਿੱਖ ਬਣਿਆ, ਮਨ ਕਰਕੇ ਪਹਿਲਾਂ, ਤਨ ਕਰਕੇ ਬਾਅਦ ਚ। ਸਿੱਖ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦੇ ਸਕਦਾ, ਜ਼ੁਲਮ ਸਹਿ ਸਕਦਾ। ਖਾਲਸਾ ਜ਼ੁਲਮ ਨਹੀਂ ਸਹਿ ਸਕਦਾ, ਤਲਵਾਰ ਨਾਲ ਲੜ ਸਕਦਾ। ਬਸ ਦੋਹਾਂ ਦੇ ਵਿੱਚ ਫਰਕ ਨਹੀਂ ਹੈ। ਉਹ ਜੇ ਕੋਈ ਦਬਾਉਂਦਾ ਉਹਨੂੰ ਗੁਰਮਤਿ ਛੱਡਦੇ, ਉਹ ਜੰਗ ਵੀ ਕਰ ਸਕਦਾ, ਕਰਨਾ ਉਹਦਾ ਫਰਜ਼ ਵੀ ਬਣਦਾ। ਉਹ ਜ਼ੁਲਮ ਨਹੀਂ ਸਹਿ ਸਕਦਾ। ਸਿੱਖ ਸਹਿ ਸਕਦਾ, ਭਗਤ ਸਹਿ ਸਕਦਾ। ਸਿੱਖ ਤਾਂ ਭਗਤ ਹੈ, ਸਿੱਖ ਭਗਤ ਨੇ। ਖਾਲਸਾ ਭਗਤ ਹੈ ਤਾਂ ਭਗਤ ਵੀ, ਪਰ ਇਹਦੇ ਕੋਲ ਰਾਜਯੋਗ ਹੈ। ਸਿੱਖ ਖਾਲਸਾ ਰਾਜਾ ਯੋਗੀ ਹੈ, ਰਾਜਾ ਵੀ ਹੈ, ਯੋਗੀ ਵੀ ਹੈ, ਭਗਤ ਵੀ ਹੈ, ਰਾਜਾ ਵੀ। ਇਹ ਦੋ ਇਹਦੇ ਕੋਲ। ਤਲਵਾਰ ਜੋ ਹੈ ਉਹਦੇ ਕੋਲ, ਉਹ ਤਾਂ 6ਵੇਂ ਪਾਤਸ਼ਾਹ ਨੇ ਤਲਵਾਰ ਲੈ ਲਈ ਸੀ, ਐਸੀ ਗੱਲ ਨਹੀਂ। ਪਰ ਖਾਲਸਾ ਜਾ ਕੇ 10ਵੇਂ ਪਾਤਸ਼ਾਹ ਨਹੀਂ, ਕਿਉਂਕਿ ਬਾਹਰਲੀ ਜਿਹੜੀ ਪੌੜ ਹੈ ਨਾ, ਇਹ ਬਾਹਰਲੀ ਪ੍ਰਕਿਰਿਆ। ਉਹ ਨਾਮ ਅਮਰ ਦਿੰਦੇ ਸੀ ਸਿਰਫ, ਇਹ ਪੌੜ ਨਹੀਂ ਦੇਤੀ ਨਾ। ਪੌੜ ਤਾਂ ਸਮਾਜਿਕ ਗੱਲ ਹੈ, ਇਹ ਸਮਾਜਿਕ ਪ੍ਰਕਿਰਿਆ ਹੈ। ਇਹ ਬਾਣਾ ਬਦਲਦੀ ਹੈ। ਭਗਤਾਂ ਦੀ ਬਾਣੀ ਨਾਲ ਹੈ ਸਾਡੇ ਕੋਲ। ਭਗਤਾਂ ਦਾ ਤੇ ਗੁਰੂ ਨਾਨਕ ਦਾ ਬਾਣਾ ਇੱਕ ਥੋੜੀ ਸੀ ਸਾਰਿਆਂ ਦਾ। ਦੇਸ਼ ਦੇ ਪਹਿਰਾਵੇ ਹੁੰਦੇ ਨੇ, ਆਪਣੇ ਆਪਣੇ ਪਹਿਰਾਵੇ ਅਲੱਗ-ਅਲੱਗ ਹੁੰਦੇ ਨੇ। ਉਹਦਾ ਕੋਈ ਪਹਿਰਾਵੇ ਦਾ ਕੋਈ ਨਹੀਂ, ਵਿਚਾਰਧਾਰਾ ਦੀ ਗੱਲ ਹੈ। ਪਹਿਰਾਵਾ ਚਾਹੇ ਇੱਕ ਹੋਵੇ, ਜੇ ਵਿਚਾਰਧਾਰਾ ਇੱਕ ਨਾ ਹੋਵੇ, ਲੜਾਈ ਤਾਂ ਉੱਥੇ ਵੀ ਹੈ। ਲੜਾਈ ਮੁੱਕਣੀ ਹੈ ਵਿਚਾਰਧਾਰਾ ਇੱਕ ਹੋਏ ਤੇ, ਟਕਰਾਅ ਮੁੱਕਣਾ ਵਿਚਾਰਧਾਰਾ ਇੱਕ ਹੋਏ ਤੇ। ਹੁਣ ਬਾਣਾ ਸਾਡਾ ਇੱਕ ਵਿਚਾਰਧਾਰਾ ਇੱਕ ਹੈ ਨਹੀਂ, ਟਕਰਾਅ ਹੈ, ਲੜਾਈ ਹੈ। ਲੜਾਈ ਦਾ ਕਾਰਨ ਹੈ ਕਿ ਵਿਚਾਰਧਾਰਾ ਗੁਰਮਤਿ ਦੀ ਨਹੀਂ। ਅਸੀਂ ਬਣਾਈ, ਬਾਣਾ ਬਣਾ ਲਿਆ, ਬਾਣੇ ਨਾਲ ਕੀ ਫਰਕ ਪਊਗਾ? ਮੁਸਲਮਾਨਾਂ ਦੇ ਵੀ ਬਾਣਾ ਇੱਕ ਵਿਚਾਰਧਾਰਾ ਇੱਕ ਹੈ ਨਹੀਂ। ਟਕਰਾਓ ਜਦ ਹੋਣਾ ਖਤਮ, ਵਿਚਾਰਧਾਰਾ ਅਡਾਪਟ ਕਰੇ ਤੇ ਹੋਣਾ। ਵਿਚਾਰਧਾਰਾ ਗੁਰਮਤਿ ਹੈ, ਗੁਰਮਤਿ ਅਸੀਂ ਚੱਲਦੇ ਨਹੀਂ, ਸਿੱਖ ਬਣੀ ਜਾਂਦੇ। ਤਲਵਾਰਾਂ ਆਪਸ ਵਿੱਚ ਖਿੱਚੀਆਂ ਪਈਆਂ ਨੇ, ਐਸੀ ਸਿੱਖੀ ਦਾ ਕੀ ਲੈਣਾ? ਇਹ ਤਾਂ ਸਿੱਖੀ ਬਦਨਾਮ ਕਰਨ ਵਾਲੀ ਗੱਲ ਹੈ। ਇਹ ਜਿਹੇ ਸਿੱਖਾਂ ਦੇ ਕੀ ਕਰਾਉਣਾ ਜਿਹੜੇ ਸਿੱਖੀ ਨੂੰ ਬਦਨਾਮ ਕਰ ਦੇਣ? ਇਹ ਰਣਜੀਤ ਸਿੰਘ ਦੀ ਕਾਢ ਸੀ।
ਦਸਮ ਪਾਤਸ਼ਾਹ ਨੇ ਤਾਂ ਕਿਹਾ ਸੀ ਛਾਂਟ ਕੇ ਲਿਓ, ਤਲਵਾਰ ਕੱਢ ਕੇ ਕਿਉਂ ਵੀ ਸਿਰ ਲੈਣਾ ਪਹਿਲਾਂ, ਜੇ ਦੇਣਾ ਤਾਂ ਆ ਜਾ, ਨਹੀਂ ਤਾਂ ਜਾ ਕਰ ਲੂ। ਸਾਨੂੰ ਸਿੱਖਾਂ ਦੀ ਲੋੜ ਨਹੀਂ ਹੈ ਬਹੁਤਿਆਂ ਦੀ, ਬਹੁਤੇ ਨਹੀਂ ਇਕੱਠੇ ਕਰੀਦੇ ਹੁੰਦੇ ਕਿਸੇ ਧਰਮ। ਜਿੰਨੇ ਧਰਮ ਜ਼ਿਆਦਾ, ਜੇ ਤਾਂ ਕਿਸੇ ਨੇ ਵਿਚਾਰਧਾਰਾ ਤੇ ਲਿਆਉਣੇ ਹੋਣ ਫਿਰ ਤਾਂ ਥੋੜੇ ਰੱਖੀਦੇ ਹੁੰਦੇ ਨੇ। ਜਣੇ ਕਣੇ ਨੂੰ ਤਾਂ ਸਕੂਲ ਵਾਲੇ ਭਰਤੀ ਨਹੀਂ ਕਰਦੇ, ਸਕੂਲ ਵਾਲੇ ਨਹੀਂ ਲੈਂਦੇ ਕਮਜ਼ੋਰਾਂ ਨੂੰ, ਕਹਿੰਦੇ ਅਸੀਂ ਆਪਣੇ ਸਕੂਲ ਦੀ ਬਦਨਾਮੀ ਕਰਾਉਣੀ ਹੈ ਤਾਂ ਸਾਰੇ ਫੇਲ ਹੋ ਜਾਣਗੇ। ਉਹ ਵੀ ਟੌਪਰਾਂ ਨੂੰ ਲੈਂਦੇ ਨੇ ਇਮਤਿਹਾਨ ਲੈ ਕੇ, ਇਹ ਹਰੇਕ ਨੂੰ ਭਰਤੀ ਕਰੀ ਜਾਂਦੇ ਨੇ। ਕਿਉਂ ਕਰਦੇ ਨੇ? ਇਹਨਾਂ ਨੂੰ ਚਾਹੀਦੀ ਹੈ ਫੀਸ। ਪਾਸ ਤਾਂ ਕਿਸੇ ਨੂੰ ਨਾ ਇਹਨਾਂ ਨੇ ਆਪ ਹੋਣੇ, ਨਾ ਕਿਸੇ ਨੂੰ ਪਾਸ ਹੋਣ ਦਾ ਤਾਂ ਮਤਲਬ ਹੀ ਨਹੀਂ, ਪੜ੍ਹਾਈ ਦਾ ਤਾਂ ਮਤਲਬ ਹੀ ਨਹੀਂ ਹੈ। ਗੁਰਮਤਿ ਕੀ ਹੈ, ਕੀ ਕਿਸੇ ਨੇ ਸਿੱਖ ਬਣਨਾ ਨਹੀਂ ਬਣਨਾ, ਇਹ ਵਿਸ਼ਾ ਨਹੀਂ ਹੈ ਸਾਡਾ। ਸਾਡਾ ਵਿਸ਼ਾ ਸਿਰਫ ਕੀ ਹੈ ਕਿ ਸਾਡੀ ਤਾਦਾਦ ਕਿੰਨੀ ਹੈ, ਸਾਡੇ ਕੋਲ ਵੋਟਾਂ ਕਿੰਨੀਆਂ ਨੇ, ਸਾਡੇ ਕੋਲ ਗੋਲਕ ਕਿੰਨੀ ਹੈ। ਇਹ ਤਾਂ ਸਾਰਾ ਵਿਸ਼ਾ ਹੀ ਗੁਰਮਤਿ ਤੇ ਉਲਟ ਹੋ ਗਿਆ। ਇਹ ਤਾਂ ਗੁਰਮਤਿ ਤੇ ਸਾਰਾ ਸਾਡਾ ਅੱਜ ਦਾ ਮੁੱਦਾ ਜਿਹੜਾ ਹੈਗਾ, ਗੁਰਮਤਿ ਦਾ ਮੁੱਦਾ ਹੀ ਕੋਈ ਨਹੀਂ ਰਿਹਾ। ਫਿਰ ਸਿੱਖੀ ਭਾਲਦੇ ਹੋ ਤੁਸੀਂ? ਸਿੱਖੀ ਤਾਂ ਤੁਸੀਂ ਆਪ ਖਤਮ ਕੀਤੀ ਹੈ, ਪਰ ਕਰ ਰਹੇ ਹੋ ਆਪ ਖਤਮ। ਸਿੱਖੀ ਦਾ ਮਾਰਗ ਨਹੀਂ ਹੈ। ਸਿੱਖੀ ਦਾ ਮਾਰਗ ਹੈ ਛਾਂਟ ਕੇ ਕੱਢ ਦੋ, ਹੁਣ ਉਤਰੋ ਵੀ ਜਹਾਜ਼ ਚੋਂ ਤੁਸੀਂ ਸਾਰੇ। ਤੁਸੀਂ ਡੁਬੋਣਾ ਹੈ ਜਹਾਜ਼ ਸਾਡਾ। ਜਿਹੜਾ ਕੋਈ ਕਾਬਲ ਹੈ ਬੈਠਾ ਰਹੋ, ਜਿਹਨੇ ਬਾਣੀ ਮੰਨਣੀ ਹੈ ਸਿੱਖ ਰਹੋ, ਜੇ ਨਹੀਂ ਬਣੇ ਘਰ ਨੂੰ ਜਾਓ, ਕੰਮ ਕਰੋ, ਟਾਈਮ ਵੇਸਟ ਨਾ ਕਰੋ। ਇੱਥੇ ਨਾ ਚੜਾਇਆ ਕਰੋ ਪੈਸੇ ਗੁਰਦੁਆਰੇ, ਕਿਉਂ ਜੇਬ ਖਾਲੀ ਕਰਦੇ ਹੋ? ਇੱਥੋਂ ਨਹੀਂ ਕੁਝ ਮਿਲਦਾ ਹੈ ਚੜਾਏ ਤੇ। ਨਿਆਣਿਆਂ ਨੂੰ ਖਰਚ ਕਰ ਲਓ, ਆਪਣੇ ਤੇ ਆਪੇ ਕਰ ਲਓ ਦਾਨ, ਉਹ ਆਪੇ ਕਰ ਲਓ। ਉਹਦੇ ਨਾਲ ਚੰਗਾ ਤੁਸੀਂ ਗੁਰਬਾਣੀ ਦਾ ਕੋਈ ਇੱਕ ਸ਼ਬਦ ਮੰਨ ਲਓ, ਉਹ ਚੰਗਾ ਹੈ। ਪੈਸੇ ਪੂਸੇ ਦੇਣ ਨਾਲ ਗੁਰੂ ਖਰੀਦਿਆ ਨਹੀਂ ਜਾ ਸਕਦਾ। ਇਹ ਸਿੱਖੀ ਖਰੀਦ ਕੇ ਨਹੀਂ ਮਿਲਦੀ ਹੈ, ਜ਼ਿਆਦਾ ਪੈਸੇ ਚੜ੍ਹ ਤੇ ਨਹੀਂ ਮਿਲਦੀ। ਸਿੱਖੀ ਮਿਲਦੀ ਹੈ ਮੰਨਦੇ ਮੰਨਣ ਨਾਲ। ਉਹ ਤਾਂ ਤਨ ਮਨ ਧਨ ਸਭ ਸੌਂਪ ਗੁਰ ਕੋ, ਐ ਕਿਵੇਂ ਦੇ ਦੋਗੇ? ਤੁਸੀਂ ਦੇ ਦੋਗੇ? ਉਹ ਗੱਲ ਹੋਰ ਹੈ, ਹੋਰ। ਲੇਕਿਨ ਸਾਡਾ ਮੁੱਦਾ ਸਿੱਖੀ ਨਹੀਂ। ਜਿਹੜੀਆਂ ਹੋਰ ਮੱਤਾਂ ਨੇ ਉਹ ਜਿਹਾ ਸਾਡਾ ਕੁਛ। ਸਾਡੀ ਮਾਤਾ ਹੋਰ ਮੱਤਾਂ ਦਾ, ਸਾਡੀ ਤਾਂ ਮੱਤੇ ਨਿਆਰੀ ਸੀ। ਇਹ ਤਾਂ ਨਿਆਰਾ ਪੰਥ ਹੈ, ਖਾਲਸਾ ਹੀ ਨਿਆਰਾ। ਨਿਆਰਾ ਬਣ ਕੀ ਹੈ ਫਿਰ ਸਾਡੇ ਕੋਲ? ਸਾਨੂੰ ਇਹ ਦੱਸਣਾ ਹੋਊ। ਜੇ ਸਾਡੀ ਸਿੱਖੀ ਠੀਕ ਹੈ, ਚਲੋ ਮੰਨਦੇ ਹਾਂ। ਜੇ ਕੋਈ ਕਹਿੰਦਾ ਠੀਕ ਹੈ ਸਿੱਖੀ ਜੋ ਹੈ, ਤਾਂ ਉਹ ਦੱਸੇ ਨਿਆਰਾ ਬਣ ਕੀ ਹੈ ਦੂਜੇ ਨੂੰ। ਜੇ ਨਹੀਂ ਹੈ ਤਾਂ ਕਿਉਂ ਨਹੀਂ ਹੈ ਨਿਆਰਾ ਬਣ? ਕਿਉਂਕਿ ਨਿਆਰਾ ਬਣ ਇਹ ਇਹਨੇ ਆਪਣਾ ਮੂਲ ਪਛਾਣਨਾ ਹੈ। ਸਿੱਖ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਡਾ ਮੁੱਦਾ ਮੂਲ ਪਛਾਣਨ ਦਾ ਹੈ। ਜੇ ਮੂਲ ਨਹੀਂ ਪਛਾਣਨਾ ਫਿਰ ਸਿੱਖੀ ਨਹੀਂ ਹੈ। ਫਿਰ ਕੀ ਪਛਾਣਨਾ? ਸਿੱਖ ਬਣ ਕੇ ਕੀ ਲੈਣਾ? ਫਿਰ ਜੇ ਮੂਲ ਨਹੀਂ ਪਛਾਣਨਾ ਆਪਣਾ, ਤਾਂ ਸਿੱਖ ਬਣਨ ਦਾ ਤੁਹਾਡਾ ਅਸਲ 'ਚ ਮੁੱਦਾ ਕੀ ਹੈ? ਲੋੜ ਕੀ ਹੈ ਸਿੱਖ? ਤੂੰ ਦੱਸੋ ਵੀ ਤੂੰ ਸਿੱਖ ਕਿਉਂ ਬਣਦਾ ਹੈ? ਸਿੱਖਾਂ ਦੀ ਤਾਦਾਦ ਘੱਟ ਹੈ ਵਰਲਡ ਵਿੱਚ, ਤੂੰ ਈਸਾਈ ਬਣ ਜਾ। ਫਿਰ ਜੇ ਤਾਦਾਦ ਬਦਲਦੇ ਵੱਲ ਜਾਣਾ, ਈਸਾਈਆਂ ਦੀ ਤਾਦਾਦ ਬਥੇਰੀ ਹੈ, ਮੁਸਲਮਾਨਾਂ ਦੀ ਬਥੇਰੀ ਹੈ ਤਾਦਾਦ। ਜੇ ਤਾਦਾਦ ਵਾਲੇ ਪਾਸੇ ਜਾਣਾ, ਜਿਹਨਾਂ ਦੀ ਤਾਦਾਦ ਜ਼ਿਆਦਾ ਉਹਨਾਂ ਜਾ ਵੜੋ, ਛੱਡ ਜਾਓ ਸਿੱਖੀ ਨੂੰ। ਇਹਨਾਂ ਦੀ ਤਾਦਾਦ ਨਹੀਂ ਵਧਣੀ, ਦੂਜਿਆਂ ਨੇ ਵਧਣ ਨਹੀਂ ਦੇਣੀ। ਬਦਨਾਮ ਜਿਹੜਾ ਮਤ ਬਦਨਾਮ ਹੋ ਜਾਏ, ਉਹ ਜਿਹਨੇ ਕੋਈ ਵੜਦਾ ਹੁੰਦਾ, ਇਹ ਤਾਂ ਬਦਨਾਮ ਕਰਦਾ ਇਹਨੂੰ। ਇਹਦਾ ਕੁਛ ਹੋਰ ਮੁੱਦਾ ਹੈ ਧਰਮ ਦਾ। ਬਾਕੀ ਧਰਮਾਂ ਦਾ ਮੁੱਦਾ ਵੜ ਤੇ ਕਬਜ਼ਾ ਕਰਨਾ, ਸਾਡਾ ਵੜ ਤੇ ਕਬਜ਼ਾ ਕਰਨਾ ਮੁੱਦਾ ਨਹੀਂ ਹੈ। ਇਸਲਾਮ ਆਇਆ, ਇਸਲਾਮ ਸਾਰੀ ਦੁਨੀਆ 'ਚ ਫੈਲਾ ਦੇਣਾ ਤਲਵਾਰ ਦੇ ਜ਼ੋਰ ਨਾਲ। ਇਸਲਾਮ ਨਹੀਂ ਫੈਲਿਆ। ਇਸਲਾਮ ਤਾਂ ਈਮਾਨ ਤਾਂ ਉਹਨਾਂ ਆਪਣੇ ਕੋਲ ਨਹੀਂ ਰਿਹਾ। ਇਸਲਾਮ ਦਾ ਮਤਲਬ ਈਮਾਨ। ਈਮਾਨ ਤਾਂ ਉਦੋਂ ਹੀ ਖਤਮ ਹੋ ਗਿਆ ਜਦੋਂ ਹੁਸਨ ਹੁਸੈਨ ਤੇ ਹਮਲਾ ਕਰਤਾ। ਈਮਾਨ ਤਾਂ ਉਦੋਂ ਹੀ ਖਤਮ ਹੋ ਗਿਆ।
लोग कहते ने हमला, वो ईमान ते आके भी जंग बंद हो गई, शाम का टाइम उन्होंने कहा भी जंग चारो प्यार च सब कुछ जायज है। जिहड़े लोग ये मनते ने एवरीथिंग इज फेयर इन वार एंड लव, वो धार्मिक बंदे नहीं है। जिहड़े धर्म ने गल मन ली कि जंग च कुछ भी जायज है, वो धर्म नहीं रहा, वो धर्म नहीं रहा। एक गल बनने नाल धर्म धर्म रहिंदा ही नहीं, तो धोखा बन गया। फिर तो धोखा बन गया। धोखा थोड़े ना होया नहीं अनंदपुर साहब, धोखा ही होया। दूजिया नूं तुसीं धर्म मन्नोगे जिन्हें धोखा किया। धोखेबाज आदमी धार्मिक नहीं हुंदा। धर्म जिहड़ा धोखा करे वो धर्म नहीं रहिंदा। फिर तां औरंगजेब नूं कहता दसम पातशाह ने तेरा धर्म नहीं रहा, मेरा रह गया। मैं धोखा नहीं किया, धोखा खाधा मैं कीता नहीं। धोखा मैं खाधा एतवार किया झूठे का, धोखा दिता नहीं। तुसीं धोखा दिता। बड़ा पिंच होया औरंगजेब नूं, लैके बह गई उन्होंने। ये गल बहुत माड़ा होया, दिलों नहीं सी चाहुंदा औरंगजेब बिल्कुल भी। इन्हों 1000 दर्जे चंगा सी सारिਆਂ ਨੂੰ। अज दे तां सिखां नालों भी चंगा सी औरंगजेब, चाहे जिन्ना मर्जी रौला पाई जाण। है जिहड़ा तैयार हो गया भी मैं नंगे पैरी बिना हथियार ते दसम पातशाह को जाऊंगा, मैनूं जाना चाहिए, चाहे मैनूं कतल कर देवे। की फर्क पऊ, मुंडे हैगे मेरे, राज तो मेरा ही रहना। कतल कर दो फिर क्यों, मेरी ये उतर जूगी। जे मैनूं कतल कर दे मेरा कलंक उतर जू। कलंक लैके मरना नहीं सी चाहुंदा। ਉਹਦਾ ਜਿਹੜੇ ਵਿੱਚ जिन्हां ने कीता सी शरारत, हमला कीता सी, औरंगजेब दे ना चाहुंदे, वो कहंदे भी जे दोए मिल गए साडी आफत आ जूगी, साडी शामत आ जूगी। 22 धारियां दी भी शामत आ जानी सी, वजीदे दी शामत आ जानी सी, वो कट्टड़वादियों की शामत आ जानी सी। औरंगजेब का छोटा मुंडा उन्हां दे नाल सी, कट्टड़वादियों दे। तां फिर ਉਹਦੇ ਨਾਲ ਕਿਹਾ भी ਇਹਨੂੰ ਜਾਣ ਨਾ ਦਿਓ। बहादुर शाह दोया नाल सी, उदारवादी सी, वो कट्टड़वादी सी। ਉਹਨੂੰ ਇਹ ਚਾਹੁੰਦੇ ਸੀ ਲਿਆਉਣਾ, ਉਹ कट्टड़वादी। ਇਹਨੂੰ ਲਿਆਓ, फिर असीं चंगी तरह इन्हां नूं मुसलमान बनावांगे सारिਆਂ ਨੂੰ, सख्ती करके। ये तो अंदरलियां गल्लां ने सारी। जदों एक थोड़ी जी गल कारण ना धोखा किया। नियम सी जदों हथियार मुक जान, केस खुल जान, रात हो जाए या किसी का रथ टुट जाए, रथ फस जाए, फिर वो वार नहीं करना। जदों कह दे भाई हुण इन्ना चिर वास्ते जंग बंद है, मैं आ काम ऐ हो गया, उसके बाद फिर मैं तैयार हो जू, फिर हमला करना। करण का रथ फस गया भैया, वो कट्टण लग गया, जंग बंद हो गई। जदों कट्टण लग गया उन्हें उकसा गया, अर्जुन से तीर मराता कृष्ण ने। कि धर्म रह गया? फिर जेड़े धर्म ने चीज़ां विरसे च मिलियां होण, उन्होंने गऊ की कसम खा के करना ही सी काम। उन्हें तो प्रमाण सी गल। उन्होंने धर्म च है धोखा करना। सानू नहीं याद, सिखां नूं याद नहीं है धोखा करना, सानू याद नहीं है। कोई करे करता रहे, असीं नहीं करना। जिन्हें साडा धोखा किया उहदे नाल नहीं करना। सच कहदा होया, सच कहदा होया। असीं नहीं किसी नाल करना धोखा, कोई करता रहे। असीं नहीं किसी नूं बैरी समझना, कोई समझदा रहे। असीं नहीं किसी नूं बेगाना समझना, कोई समझदा रहे। आपे हट जू। जे असीं सच्चे आपे हट जूगा। भगतां ने यही काम किया है। सारी दुनिया ने भगतां का विरोध किया, सारे तलुए चढ़ते हैं भगतां दे। क्यों? वो नहीं अपने डोले, अपने राह चलते रहे। हाथी अपने राह चलता रहा, कुत्ते भोगते रहे, हाथी निकल गए। असीं नहीं कर सकते। पर करे कौन? ये दुनियावी आदमी। किवें? दुनियावी आदमी का धर्म नहीं है। दुनियावी आदमी का कोई भी धर्म नहीं होता।
ਜਿਹੜਾ ਧਾਰਮਿਕ ਆਦਮੀ ਉਹ ਦੁਨਿਆਵੀ ਨਹੀਂ ਰਹਿੰਦਾ ਹੁੰਦਾ। ਜੇ ਦੁਨਿਆਵੀ ਹੈ ਤਾਂ ਧਾਰਮਿਕ ਨਹੀਂ ਹੁੰਦਾ। ਜੇ ਲੋਭੀ ਹੈ ਧਾਰਮਿਕ ਨਹੀਂ ਹੈ। ਜੇ ਲੋਭੀ ਨਹੀਂ ਹੈ ਤਾਂ ਦੁਨਿਆਵੀ ਨਹੀਂ ਹੈ। ਦੁਨਿਆਵੀ ਕਿਵੇਂ ਰਹਿ ਜੂਗਾ? ਇਹ ਦੋਹਾਂ ਦਾ ਭਗਤਾਂ ਤੇ ਸਹਿਸਾਰੀਆਂ ਜੋੜ ਪਦਾ। ਜਿਹੜਾ ਲੋਭੀ ਨਹੀਂ ਉਹ ਭਗਤ ਹੈ, ਉਹ ਦੁਨਿਆਵੀ ਨਹੀਂ ਹੈ, ਸੰਸਾਰੀ ਨਹੀਂ ਹੈ। ਫਿਰ ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ। ਬਾਣੀ ਪੜ੍ਹਨ ਦੀ ਨਹੀਂ, ਬਾਣੀ ਮੰਨਣ ਦੀ ਹੈ। ਇਹ ਤਾਂ ਅਸੀਂ ਪ੍ਰਚਾਰ ਹੀ ਨਹੀਂ ਕਰਦੇ। ਜੇ ਪ੍ਰਚਾਰ ਕਰੀਏ ਸਾਡੇ ਖਿਲਾਫ ਜਾਂਦਾ। ਅਸਲ 'ਚ ਇਹਨਾਂ ਗੱਲਾਂ ਦਾ ਪ੍ਰਚਾਰ ਤਾਂ ਨਹੀਂ ਕਰਦੇ, ਸਿੱਖ ਇਹਨਾਂ ਦੇ ਖਿਲਾਫ ਜਾਂਦੀ ਹੈ। ਜਦ ਲੋਕ ਪੜ੍ਹਦੇ ਨੇ ਇਹਨਾਂ ਗੱਲਾਂ ਨੂੰ, ਫਿਰ ਉਹ ਦਬੀ ਜ਼ਬਾਨ ਨਾਲ ਕਹਿੰਦੇ ਨੇ ਯਾਰ ਸਿੱਖੀ ਤਾਂ ਬਹੁਤ ਉੱਚੀ ਗੱਲ ਹੈ, ਪਰ ਇਹ ਕੀ ਕਰਦੇ ਨੇ? ਹੁਣ ਇਹਨਾਂ ਦੇ ਪਿੰਡਾਂ ਦੇ ਖੱਖਰ ਨੂੰ ਛੇੜਨੋ ਵੀ ਗੱਲ ਪੈ ਜਾਣਗੇ। ਤਾਂ ਜੇ ਕਹਿਤਾ ਤੁਸੀਂ ਕੀ ਕਰਦੇ ਹੋ, ਸਾਡੇ ਗੱਲ ਪੈ ਜਾਣਗੇ ਵੀ ਤੁਸੀਂ ਵੀ ਤਾਂ ਇਵੇਂ ਕਰਦੇ ਹੋ। ਐਂ ਕਹਿਣਾ, ਐ ਨਹੀਂ ਕਹਿਣਾ ਇਹਨਾਂ ਨੇ ਵੀ ਅਸੀਂ ਸਾਡੇ ਕਹਿੰਦਾ ਤੁਸੀਂ ਕਰਦੇ ਹੋ ਅਸੀਂ ਨਾ ਕਰੀਏ। ਆ ਜਵਾਬ ਦੇ ਦਾਂ, ਉਹ ਕਰਦੇ ਹੀ ਨੇ ਵਿਚਾਰੇ। ਉਹਨਾਂ ਵਰਗੇ ਹੀ ਹੋ ਗਏ। ਸਿੱਖੀ ਛੱਡਤੀ, ਦੁਨਿਆਵੀਆਂ ਵਰਗੇ ਹੋ ਗਏ। ਇਹਨਾਂ ਦੇ ਜਿਹੜੇ ਨੇ ਨਾ ਆ ਲੇਖਕ, ਕੁਛ ਇਹਨਾਂ ਦੇ ਵਿਦਵਾਨ, ਉਹ ਵੀ ਇਹਨਾਂ ਦੇ ਕਲਮ ਬੋਲਦੇ ਨੇ ਉਹ ਜੀ ਦੁਨਿਆਵੀ ਆਦਮੀ ਵਾਸਤੇ ਸਿੱਖੀ ਤੇ ਭਰੋਸਾ ਕਰਨਾ ਸਿਆਸਤਦਾਨਾਂ ਤੇ ਵੀ ਸਿੱਖ ਉਹ ਤਾਂ ਮੁਸ਼ਕਲ ਗੱਲ ਹੈ। ਦੂਜੇ ਵੀ ਤਾਂ ਇਹੋ ਜਿਹੇ ਵੀ ਸਿੱਖੀ ਦੇ ਨਾਂ ਤੇ ਵੋਟਾਂ ਕਿਉਂ ਮੰਗਦੇ ਨੇ? ਉਹ ਧਰਮ ਦੇ ਨਾਂ ਤੇ ਮੰਗਦੇ ਨੇ ਵੋਟਾਂ। ਜਿਵੇਂ ਉਹ ਮੰਗਦੇ ਨੇ ਉਵੇਂ ਮੰਗਣ। ਵੋਟਾਂ ਲੈਣ ਨੂੰ ਸਿੱਖੀ ਦੇ ਨਾਂ ਤੇ, ਚੱਲਣ ਨੂੰ ਨਾ ਜੀ। ਚੱਲਣਾ ਤਾਂ ਔਖਾ, ਵੋਟਾਂ ਨਾ ਮੰਗੋ। ਕਾਂਗਰਸ ਵਾਲੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ, ਕਿਉਂ ਇਸ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ? ਜਿਵੇਂ ਉਹ ਮੰਗਦੇ ਨੇ ਉਵੇਂ ਤੁਸੀਂ ਮੰਗੋ। ਜੇ ਸਿੱਖੀ ਦੇ ਨਾਂ ਤੇ ਵੋਟਾਂ ਮੰਗਣੀਆਂ ਤਾਂ ਸਿੱਖੀ ਦੇ ਚ ਪੈਗਾ ਤੋਂ ਨਾ ਉਹਦੇ ਨਾਲ ਵੋਟਾਂ ਮੰਗੋ। ਵੋਟਾਂ ਵਾਸਤੇ ਸਿੱਖੀ, ਚੱਲਣ ਵਾਸਤੇ ਨਹੀਂ। ਇਹ ਔਖਾ ਤਾਂ ਸਿੱਧੀ ਬੇਈਮਾਨੀ ਹੈ। ਤਾਂ ਸਿੱਧੀ ਬੇਈਮਾਨੀ। ਫਿਰ ਚੱਲ ਨਹੀਂ ਹੁੰਦਾ ਜਾਂ ਨਹੀਂ ਚੱਲ ਸਕਦੇ। ਇਸ ਕਰਕੇ ਪਹਿਲਾਂ ਹੀ ਕਿਹਾ ਹੋਇਆ ਕਿ ਤਪੋ ਰਾਜ ਰਾਜੋ ਨਰਕ। ਪਤਾ ਸੀ ਵੀ ਜਿਹੜੀ ਰਾਜ ਹੈ ਔਰ ਧਰਮ ਦਾ ਕੋਈ ਸੰਬੰਧ ਨਹੀਂ। ਠੀਕ ਹੈ ਧਰਮ ਬਿਨਾਂ ਨਹੀਂ ਰਾਜ ਚੱਲਿਆ ਹੈ, ਪਰ ਇਹ ਧਰਮ ਰਾਜ ਨੇ ਤਾਂ ਕੱਢੇ ਹੋਏ ਨੇ ਇੱਥੇ। ਧਾਰਮਿਕ ਬੰਦੇ ਨੇ ਦੁਨੀਆ ਵਾਲੇ, ਜਿੰਨਾ ਝੂਠੇ ਨੇ ਗੰਦ ਆ ਉਹ ਤਾਂ ਇੱਥੇ ਹੈ। ਇੱਥੇ ਨਹੀਂ ਸੱਚ ਦਾ ਰਾਜ ਚੱਲਦਾ। ਸੱਚ ਦਾ ਰਾਜ ਸੱਚਖੰਡ ਚੱਲਦਾ। ਜੇ ਸੱਚੇ ਸੁੱਚੇ ਹੁੰਦੇ ਸੱਚਖੰਡ ਤੇ, ਇਹ ਤਾਂ ਇਹਨਾਂ ਨੂੰ ਛੱਡਿਆ ਹੈ ਸਾਰੇ ਝੂਠਿਆਂ ਨੂੰ ਵੀ ਤੁਸੀਂ ਆਪਣਾ ਫੈਸਲਾ ਆਪੇ ਕਰ ਲਓ ਕੌਣ ਰਾਜਾ ਤੁਹਾਡੇ। ਫੌਜ ਇਕੱਠੀ ਕਰਕੇ ਕਰ ਲਓ, ਵੱਢ ਕੱਟ ਕਰਕੇ ਕਰ ਲਓ, ਪੈਸਾ ਇਕੱਠਾ ਕਰਕੇ ਕਰ ਲਓ, 420 ਨਾ ਕਰ ਲਓ, ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰ ਲਓ ਫੈਸਲਾ। ਆਪਣੇ ਫੈਸਲੇ ਆਪੇ ਕਰੀ ਜਾਓ। ਫਿਰ ਵੀ ਕੰਟਰੋਲ ਉਹਨਾਂ ਦਾ ਹੀ ਹੈ, ਹੁੰਦਾ ਉਹਨਾਂ ਦੀ ਮਰਜ਼ੀ ਨਾਲ ਹੈ ਸਭ ਕੁਛ। ਇਹਨਾਂ ਨੂੰ ਤਾਂ ਭੁਲੇਖਾ ਵੀ ਅਸੀਂ ਕਰਦੇ। ਇੱਥੇ ਸੱਚੇ ਸੁੱਚੇ ਆਦਮੀ ਜੇ ਸੋਚਦੇ ਨੇ ਰਾਜ ਦੀ ਗੱਲ, ਉਹ ਮੂਰਖ ਨੇ। ਉਦੋਂ ਬੜੇ ਮੂਰਖ ਨਹੀਂ ਕੋਈ। ਹਾਂ, ਸੱਚੇ ਸੁੱਚੇ ਹੋਣ ਦਾ ਬਹਾਨਾ ਢੌਂਗ ਰਚ ਕੇ ਲੋਕਾਂ ਨੂੰ ਧੋਖੇ ਦੇ ਕੇ ਰਾਜ ਤੱਕ ਪਹੁੰਚਣਾ, ਇਹ ਟੈਕਨੀਕ ਹੈ ਉਹਨਾਂ ਦੀ। ਇਹ ਟੈਕਨੀਕ ਹੋ ਸਕਦੀ ਹੈ ਵੀ ਅੰਦਰੋਂ ਦਾ ਸੱਚੇ ਸੁੱਚੇ ਨਹੀਂ ਹੈ। ਲੋਕਾਂ ਨੂੰ ਸੱਚ ਸੁੱਚ ਦਾ ਜਿਹੜਾ ਢੰਡੋਰਾ ਪਿੱਟ ਕੇ ਰਾਜ ਪ੍ਰਾਪਤ ਕਰ ਲੈਣਾ, ਫਿਰ ਉਹੀ ਕਰਨਾ ਜੋ ਹੁੰਦਾ। ਇਹ ਟੈਕਨੀਕ ਹੋ ਸਕਦੀ ਹੈ ਝੂਠਿਆਂ ਦੀ ਹੋਵੇ। ਜਿਹੜੇ ਵਾਕਈ ਸੱਚੇ ਸੁੱਚੇ ਨੇ ਉਹਨਾਂ ਨੂੰ ਇਹ ਟੈਕਨੀਕ ਦੀ ਲੋੜ ਨਹੀਂ। ਉਹ ਕਹਿੰਦੇ ਰਾਜ ਦੀ ਲੋੜ ਨਹੀਂ ਸਾਨੂੰ। ਰਾਜ ਤਾਂ ਇਹ ਹੈ ਉਹ ਨਹੀਂ, ਇਹ ਰਾਜ ਕਾਨੂੰਨ ਹੈ। ਇਹ ਤਾਂ ਰਾਜ ਸ਼ਰਾਬ ਹੈ, ਭੁਲੇਖਾ। ਇਹ ਉਹ ਰਾਜਾ ਸਰਵਸ਼੍ਰੇਸ਼ਟ ਕੋ ਰਾਜਾ ਦੁਖੀਆ। ਇਹ ਤਾਂ ਕੰਡਿਆਂ ਦਾ ਤਾਜ ਹੈ ਜੇ ਕਿਸੇ ਨੇ ਪਾਉਣਾ। ਇਹ ਤਾਂ ਸੱਪਾਂ ਦੀ ਵਾਲ ਹੈ। ਹਾਂ, ਇਹ ਰਾਜ ਨਹੀਂ ਹੈ। ਕਾਇਦ ਅੰਦਾ ਜੇ ਹੈ ਵੀ ਫਿਰ ਕਾਇਦ ਅੰਦਾ। ਅਵਿਨਾਸ਼ੀ ਰਾਜ ਦੀ ਗੱਲ ਕਰੋ। ਰਾਜ ਦੀ ਗੱਲ ਕੀਤੀ ਹੈ ਗੁਰਬਾਣੀ ਨੇ। ਅਵਿਨਾਸ਼ੀ